गुरु नानक पद पंकज बंदन पंकज बंदन सिमरु अंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन के नाशक श्री हरगोबिंद सुमत परिकाशक श्री हर राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम कृपाला परम परम कृपाला श्री गुरु गोविंद सिंह विशाला तारो तारा पर पुन पुन सीसा पुन 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 सीसा बंदो बार बार जगदीसा एक ओंकार सतगुरु तेह प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा जय कै दिश पसर्यो सो जस सिंध मेखला भूमा प्यो पंथ शुभ खालसा काली सैलन तूमा वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरन के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिन आपां विचारां श्रवण कर रहे सी जदों धन धन श्री गुरु गोबिंद सिंह महाराज जी ने पहाड़ियां दे छक्के छड़ाए, उन्हां दे ਸਿੰਘਾਂ ने जंग करदियां होइयां बेअंत पहाड़ी फौजां दा खात्मा कीता और उन्हां दी बनाई स्कीम हाथी दे नाल किला लोहगढ़ दा गेट तोड़न दी उन्हां दे ही उल्टी पै गई ते हाथी ने भी बहुत सारी फौज उन्हां दी मारनी कीती। और गुरु प्यारे हुण सारे ही ये गल्लां करदे आ इन्हां पहाड़ियां नूं लाहनतां पैंदियां ने कि किन्ने मूर्ख हन ਜਿਹੜੇ ਗੁਰੂ ਨਾਨਕ ਦੀ ਗੱਦੀ ਨਾਲ ਆਢਾ ਵਿੱਢ ਕੇ ਬੈਠੇ ਐ। ਗੁਰੂ ਤਾਂ ਸਭ ਦਾ ਭਲਾ ਚਾਹੁੰਦਾ ਹੈ ਪਰ ਇਹ ਮੂਰਖਾਂ ਦੇ ਨਾਲ ਇਦਾਂ ਹੀ ਹੋਣੀ ਸੀ। ਮੂਰਖ ਜਿਹੜਾ ਹੁੰਦਾ ਹੈ ਗੁਰੂ ਪਿਆਰਿਓ ਉਸ ਨੂੰ ਜਦੋਂ ਪੈਂਦੀਆਂ ਫੇਰ ਹੀ ਸਮਝ ਆਉਂਦੀ ਆ। ਐਸਾ ਹਾਲ ਇਹਨਾਂ ਪਹਾੜੀ ਰਾਜੇ ਭੀਮ ਚੰਦ ਵਰਗਿਆਂ ਦਾ। ਤਾਂ ਹੁਣ ਭਾਈ ਸਾਹਿਬ ਜੀ ਲਿਖਦੇ ਹਨ ਅਗਲਾ प्रसंग आरंभ करते हुए अध्याय 31वां और रुत तीसरी। सतगुरु पातशाह जी की सिफत दूर दूर तक फैल गई है जिथों तक समुंदर सागर हैं। जिवें सागर का पानी निकल के फैल जाए इहों गुरुआं का निर्मल सागर वर्गा जस सिफत सारी धरती ते फैल पई है। और जिहड़ा खालसा पंथ साजिया इस दियां 20 सिफतां हुंदियां कि गुरु साहब ने कैसा खालसा पंथ साजिया जिहड़ा किसी तो भी हारदा नहीं। अगे होर की गल्लां चलदियां ये विचार अज आरंभ करके श्रवण करते हैं। उस तो पहला गुरु का बख्शिया फतेह का नारा करो बुलंद गज के आखो जी वाहिगुरु जी का खालसा वाहिगुरु जी की फतेह। दोहरा
जय कै दिस पसरियो सो जस सिंध मेखला भूमा। ਕਹਿਣ ਲੱਗੇ ਜਿੱਥੇ ਕਿੱਥੇ ਦੂਰ ਤੱਕ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਜਿਹੜਾ ਜਸ ਹੈ ਸਾਗਰਾਂ ਤੋਂ ਪਰੇ ਜਿੱਥੋਂ ਤੱਕ ਮੇਖਲਾ ਧਰਤੀ ਹੈ ਉਥੋਂ ਤੱਕ ਫੈਲ ਰਿਹਾ ਹੈ ਜੀ। ਪਿਓ ਪੰਥ ਸ਼ੁਭ ਖਾਲਸਾ ਕਾਲੀ ਸੈਲਨ ਧੂਮ। ਔਰ ਖਾਲਸਾ ਪੰਥ ਦੀਆਂ ਵੀ ਪਹਾੜੀ ਇਲਾਕੇ ਵਿੱਚ ਧੁੰਮਾਂ ਪੈ ਗਈਆਂ ਹਨ। ਮਿਲ ਕਰ ਰਾਜੇ ਬਾਈ ਧਾਰਨਾ ਪਰਜਾ ਸਹਿਜ ਸਭ ਜੋਦਾ। ਇਸ ਤਰ੍ਹਾਂ ਬਾਈ ਧਾਰ ਦੇ ਸਾਰੇ ਰਾਜੇ ਇੱਥੋਂ ਤੱਕ ਕਿ ਇਹਨਾਂ ਰਾਜਿਆਂ ਨੇ ਪਰਜਾ ਵੀ ਇਕੱਠੀ ਕਰ ਲਈ ਹੈ ਔਰ ਆਪਣੀ ਫੌਜ ਵੀ ਇਕੱਠੀ ਕਰ ਲਈ ਹੈ। ਲਗਭਗ 3 ਲੱਖ ਗਿਣਤੀ ਮੈਂ ਇੱਕ ਥਲ ਸਤਿਗੁਰ ਪਰ ਕਰ ਕਰੋਦਾ। 3 ਲੱਖ ਗਿਣਤੀ ਵਿੱਚ ਸਨ ਜਿਸ ਵੇਲੇ ਇਹਨਾਂ ਨੇ ਇਕੱਠੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ ਕੀਤਾ ਸੀ। ਕਰੀ ਢੂਕ ਯਾਰ ਕਰੀ ਢੋਏ ਕਰ ਹੀਲਾ ਮਿਲ ਮਿਲ ਕਾਲਾ। ਔਰ ਇਹਨਾਂ ਨੇ ਆਪ ਢੁੱਕ ਕੇ ਭਾਵ ਆਪ ਪਹਿਲ ਕੀਤੀ ਹੈ ਪਹਾੜੀਆਂ ਨੇ ਔਰ ਗੁਰੂ ਸਾਹਿਬ ਦੇ ਉੱਪਰ ਜਾ ਕਰਕੇ ਇਹਨਾਂ ਨੇ ਜਿਸ ਤਰ੍ਹਾਂ ਹਮਲੇ ਕੀਤੇ ਜੀ। ਆਲਿਪ ਖਾਲਸਾ ਆਨੰਦਪੁਰ ਮੈਂ ਝਾਲ ਝਾਲ ਦਰ ਠਾਲਾ। ਔਰ ਪਰ ਦੇਖੋ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਗਿਣਤੀ ਵਿੱਚ ਖਾਲਸੇ ਭਾਵੇਂ ਥੋੜੇ ਸਨ ਜੰਗ ਦੇ ਮੈਦਾਨ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਪਰ ਇਹਨਾਂ ਨੂੰ ਖਾਲਸੇ ਨੇ ਰੋਕਣਾ ਕੀਤਾ। ਇੱਥੋਂ ਤੱਕ ਕਿ ਇਹਨਾਂ ਦਾ ਲਿਆਂਦਾ ਹਾਥੀ ਵੀ ਜਿਹੜਾ ਦਰਵਾਜ਼ਾ ਤੋੜਨ ਆਇਆ ਸੀ ਦਰਵਾਜ਼ੇ ਤੇ ਹੀ ਠੱਲ ਲਿਆ ਭਾਵ ਪੁੱਠਾ ਮੋੜ ਦਿੱਤਾ ਜੀ। ਮਰਦ ਗਰਦ ਮੈਂ ਮਿਲੇ ਜਰਦ ਮੁਖ ਹਰਦ ਰੰਗ ਹੈ ਭਾਗੇ। ਔਰ ਇਹਨਾਂ ਦੇ ਬੇਅੰਤ ਮਰਦ ਭਾਵ ਸੂਰਮੇ ਗਰਦ ਮਿੱਟੀ ਵਿੱਚ ਮਿਲ ਗਏ ਹਨ। ਜਿਹੜੇ ਜਿਉਂਦੇ ਆ ਉਹਨਾਂ ਦੇ ਮੂੰਹ ਵੀ ਹਲਦੀ ਦੀ ਤਰ੍ਹਾਂ ਪੀਲੇ ਹੋ ਗਏ ਹਨ ਔਰ ਇਹਨਾਂ ਦੇ ਚਿਹਰਿਆਂ ਦਾ ਰੰਗ ਉੱਡਿਆ ਹੋਇਆ ਹੈ। ਤੇ ਜਦੋਂ ਦੁਰਦ ਦਰੇ ਤਨ ਘਾਵ ਦਰਦ ਪਾਥਰੀ ਨਾ ਸਿੰਘਨ ਆਗੇ। ਔਰ ਜਿਹੜਾ ਹਾਥੀ ਇਹ ਲੈ ਕੇ ਆਏ ਸੀ ਜਦੋਂ ਹਾਥੀ ਨੇ ਵਾਪਸ ਮੁੜਦੇ ਹੋਏ ਇਹਨਾਂ ਪਹਾੜੀਆਂ ਦੇ ਸਰੀਰ ਦਰੜ ਦਿੱਤੇ ਬਹੁਤ ਸਾਰੇ ਮਾਰ ਦਿੱਤੇ। ਫਿਰ ਤਾਂ ਸਿੰਘਾਂ ਨੇ ਵੀ ਅੱਗੇ ਜਾਣਾ ਨਹੀਂ ਕੀਤਾ ਹਾਥੀ ਨੇ ਕੰਮ ਕਰ ਦਿੱਤਾ ਸਿੰਘਾਂ ਦਾ। ਸਿੰਘ ਪਿੱਛੇ ਹੀ ਖੜ ਗਏ ਜੀ। ਜਿਤ ਕਿਤ ਕਹਿਤ ਮਨ ਗਿਰਪਤ ਅਤ ਮਤ ਅਤ ਹੀ ਚਿਤ ਕੀ ਹੋਏ। ਹੁਣ ਗੱਲਾਂ ਚੱਲਦੀਆਂ ਦੁਨੀਆ ਵਿੱਚ ਜਿੱਥੇ ਕਿੱਥੇ ਪਹਾੜੀਆਂ ਨੂੰ ਮਾੜੀ ਮੱਤ ਵਾਲੇ ਕਹਿੰਦੇ ਹਨ ਲਾਂਟਾਂ ਪੈਂਦੀਆਂ ਫਟਕਾਰਾਂ ਪੈਂਦੀਆਂ ਜੀ। ਸਤਿਗੁਰ ਸੰਗ ਜੰਗ ਕਰ ਮੂਰਖ ਕਿਉਂ ਨਾ ਬਿਸੂਰੇ ਸੋਏ। ਜਿਹੜੇ ਹੁਣ ਪਛਤਾ ਰਹੇ ਨੇ ਦੁਨੀਆ ਕਹਿੰਦੀ ਪਛਤਾਉਂਦੇ ਵੀ ਕਿਉਂ ਨਾ। ਸਤਿਗੁਰਾਂ ਦੇ ਨਾਲ ਜੋ ਨਿਰਵੈਰ ਹੈ ਸਤਿਗੁਰੂ ਸਭ ਦਾ ਭਲਾ ਲੋਚਦਾ ਹੈ ਉਹਦੇ ਨਾਲ ਜੰਗ ਵਿੱਚ ਬੈਠੇ। ਇੱਕ ਤੋਂ ਸ੍ਰੀ ਨਾਨਕ ਕੀ ਗਾਦੀ ਖੰਡ ਦੀਪ ਚਿਰ ਜੀਤੇ। ਇੱਕ ਤਾਂ ਗੁਰੂ ਨਾਨਕ ਦੀ ਗੱਦੀ ਹੈ ਜਿਨ੍ਹਾਂ ਨੇ 9 ਖੰਡ ਧਰਤੀ ਦੀਪ ਭਾਵ ਸਮੁੰਦਰਾਂ ਵਿੱਚ ਵਸੇ ਹੋਏ ਦੇਸ਼ ਛੋਟੇ ਛੋਟੇ ਜਿਨ੍ਹਾਂ ਨੂੰ ਅਸੀਂ ਟਾਪੂ ਕਹਿੰਦੇ ਆ ਸਾਰੇ ਥਾਵਾਂ ਤੇ ਇਸ ਗੁਰੂ ਨਾਨਕ ਦੇ ਚਰਨ ਪਏ ਐ ਤੇ ਸਭ ਨੇ ਗੁਰੂ ਨਾਨਕ ਜੀ ਨੂੰ ਮੰਨਣਾ ਕੀਤਾ ਪੈਰੀ ਪੈਣਾ ਕੀਤਾ ਹੈ ਜੀ। ਕਰਾਮਾਤ ਸਹਿਬ ਜਗ ਵਿਦਤੇ ਪੀਰ ਮੀਰ ਤਰ ਪੀਤੇ। ਜਿਨ੍ਹਾਂ ਦੀ ਕਰਾਮਾਤੀ ਸ਼ਕਤੀ ਦੀ ਅੱਗੇ ਵੱਡੇ ਵੱਡੇ ਪੀਰ ਮੀਰ ਰਾਜੇ ਰਾਣੇ ਅਤੇ ਵੱਡੇ ਵੱਡੇ ਰਿਸ਼ੀ ਮੁਨੀ ਵੀ ਝੁਕਦੇ ਹਨ। ਔਰ ਪੰਜਵੇਂ ਪਾਤਸ਼ਾਹ ਜੀ ਨੇ ਵੀ ਲਿਖਣਾ ਕੀਤਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਦੁਤੀਏ ਬਿਦਤ ਕਾਲ ਕਾ ਦਰਸ਼ਨ ਪੰਥ ਰਚਨ ਬਰ ਪਾਇਓ। ਦੂਸਰਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਐਸੀ ਅਧਿਆਤਮਕ ਸ਼ਕਤੀ ਪ੍ਰਗਟ ਹੋ ਗਈ ਹੈ ਪੰਥ ਦੀ ਰਚਨਾ ਜੋ ਕੀਤੀ ਹੈ। ਹਿੰਦ ਧਰਮ ਜਗ ਰਾਖਨ ਕਾਰਨ ਪ੍ਰਭ ਅਵਤਾਰ ਸੁਹਾਇਓ। ਇਸ ਭਾਰਤ ਵਰਸ਼ ਨੂੰ ਬਚਾਉਣ ਵਾਸਤੇ ਧਰਮ ਨੂੰ ਕਾਇਮ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਗੁਰੂ ਕੇਵਲ ਹਿੰਦੂਆਂ ਵਾਸਤੇ ਆਏ ਨੇ ਗੁਰੂ ਆਲ ਵਰਲਡ ਦੇ ਵਾਸਤੇ ਆਏ ਆ। ਜਿੱਥੇ ਵੀ ਕੋਈ ਗਲਤੀ ਕਰਦਾ ਉੱਥੇ ਜਾ ਕੇ ਰੋਕੇ ਆ। ਬਾਬੇ ਨਾਨਕ ਦਾ ਇਤਿਹਾਸ ਪੜ੍ਹ ਲਓ। ਔਰ ਗੁਰੂ ਪਿਆਰਿਓ ਜਿੱਥੇ ਜਿੱਥੇ ਕੋਈ ਗਲਤ ਚੱਲ ਰਿਹਾ ਸੀਗਾ ਰਾਜੇ ਸ਼ੀਹ ਮੁਕੱਦਮ ਕੁੱਤੇ ਕਹਿ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਆਪਣੇ ਇਲਾਕਿਆਂ ਵਿੱਚ ਹੀ ਨਹੀਂ ਰੋਮ ਦੇਸ਼ ਦੇ ਕਾਰੂ ਨੂੰ ਜਾ ਕੇ ਸਮਝਾਇਆ। ਮੱਕੇ ਮਦੀਨੇ ਦੇ ਮੁਸਲਮਾਨਾਂ ਨੂੰ ਦੱਸਿਆ ਕਿ ਅੱਲਾ ਹਰ ਥਾਂ ਤੇ ਹੈ ਇੱਕ ਸਾਈਡ ਤੇ ਨਹੀਂ ਹੈ। ਹਿੰਦੂਆਂ ਨੂੰ ਜਾ ਕੇ ਹਰਦੁਆਰ ਦੱਸਿਆ ਕਿ ਪਰਮੇਸ਼ਰ ਕਿਤੇ ਸੂਰਜ ਚੰਦਰਮਾ ਤੇ ਨਹੀਂ ਰਹਿੰਦਾ ਉਹ ਥਾਲ ਥੱਲੇ ਵੀ ਸਾਰੀ ਜੀਵਾਂ ਵਿੱਚ ਵਸਦਾ ਹੈ।
ਇਸ ਕਰਕੇ ਬਾਬਾ ਨਾਨਕ ਜਾਂ ਗੁਰੂ ਨਾਨਕ ਦੀ ਗੱਦੀ, ਜਿਵੇਂ ਇੱਥੇ ਲਿਖਿਆ ਕਿ ਹਿੰਦੂਆਂ ਦਾ ਧਰਮ, ਕਿਉਂ ਬਈ ਹਿੰਦੂ ਕੋਈ ਨੇੜੇ ਲੱਗਦੇ ਬਾਕੀ ਦੂਰ ਹੈ, ਇਹ ਤਾਂ ਸਾਰਿਆਂ ਦੇ ਸਾਂਝੇ ਹਨ, ਸਭ ਨੂੰ ਬਚਾਉਣ ਵਾਸਤੇ ਆਏ ਹੈ। ਤੇ ਜਿਹੜਾ ਖਾਲਸਾ ਪੰਥ ਸਾਜਿਆ ਇਹ ਵੀ ਸਭ ਦੀ ਰਕਸ਼ਾ ਕਰਨ ਵਾਸਤੇ ਬਣਾਇਆ। ਜਦੋਂ ਕੋਈ ਕਿਸੇ ਨਾਲ ਧੱਕਾ ਕਰਦਾ ਹੈ, ਨਹੀਂ ਲੋਟ ਆਉਂਦਾ, ਉੱਥੇ ਗੁਰੂ ਕਾ ਖਾਲਸਾ ਜਾ ਕੇ ਜ਼ਰੂਰ ਅੜਦਾ ਹੈ ਤੇ ਧੱਕਾ ਕਰਨ ਵਾਲ ਨੂੰ ਰੋਕਦਾ ਹੈ। ਪਰ ਉਸ ਸਮੇਂ ਜਦੋਂ ਗੁਰੂ ਤੇਗ ਬਹਾਦਰ ਜੀ ਸਨ, ਉਸ ਵੇਲੇ ਤੁਰਕ ਭਾਵ ਔਰੰਗਜ਼ੇਬ ਜਿਹੜਾ ਸੀਗਾ ਉਹ ਧੱਕਾ ਕਰ ਰਿਹਾ ਸੀਗਾ। ਇਸ ਕਰਕੇ ਉਦੋਂ ਗੁਰੂ ਸਾਹਿਬ ਨੇ ਜਾ ਕੇ ਉਸ ਨੂੰ ਰੋਕਿਆ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੇਵਲ ਹਿੰਦੂਆਂ ਨੂੰ ਬਚਾਉਣ ਵਾਸਤੇ ਆਏ ਹਨ, ਇਹ ਤਾਂ ਸਭ ਦੇ ਸਾਂਝੇ ਬਲੀ ਪੀਰ ਪੈਗੰਬਰ ਹਨ। ਇਸ ਕਰਕੇ ਹਾਂ, ਭਾਰਤ ਦੇ ਵਿੱਚ ਜਿਹੜਾ ਧਰਮ ਸੀ ਇਸ ਨੂੰ ਉਸ ਵੇਲੇ ਤੁਰਕ ਲੋਕ, ਮੁਸਲਮਾਨ ਲੋਕ ਭਾਵ ਰਾਜਾ ਔਰੰਗਜ਼ੇਬ, ਜਿਵੇਂ ਅੱਜ ਦੀਆਂ ਸਰਕਾਰਾਂ ਕਰੀ ਜਾਂਦੀਆਂ, ਔਰੰਗਜ਼ੇਬ ਰਾਜਾ ਜਿਹੜਾ ਹੈ ਉਸ ਵੇਲੇ ਇਸ ਭਾਰਤ ਵਰਸ਼ ਦੇ ਵਿੱਚ ਕੇਵਲ ਤੇ ਕੇਵਲ ਮੁਸਲਮਾਨ ਦੇਖਣਾ ਚਾਹੁੰਦਾ ਸੀ, ਬਾਕੀ ਸਭ ਨੂੰ ਹੀ ਖਤਮ ਕਰਤੇ ਤੁਲਿਆ ਹੋਇਆ ਸੀ। ਤੇ ਉਸ ਵੇਲੇ ਜਦ ਉਹਨਾਂ ਨੇ ਆ ਕੇ ਸ਼ਰਨ ਵਿੱਚ ਪੈਣਾ ਕੀਤਾ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ ਬਿਰਧ ਸੁਆਮੀ ਸੰਗਾ, ਇਹਦਾ ਆਦੀ ਜੁਗਾਦੀ ਸੁਭਾਅ ਹੈ। ਬਿਰਧ ਹੁੰਦਾ ਸੁਭਾਅ, ਜਿਹੜਾ ਇਹਦੀ ਸ਼ਰਨ ਵਿੱਚ ਆ ਗਿਆ ਉਹਦੀ ਬਾਂਹ ਫੜਦਾ ਭਾਵੇਂ ਕੋਈ ਵੀ ਆ ਗਏ। ਇਸ ਕਰਕੇ ਜਿਸ ਵੇਲੇ ਉਹ ਸ਼ਰਨ ਵਿੱਚ ਆਏ ਕਸ਼ਮੀਰ ਦੇ ਬ੍ਰਾਹਮਣ ਪੰਡਿਤ, ਜਿਨ੍ਹਾਂ ਨੇ ਆ ਕੇ ਕਿਹਾ ਮਹਾਰਾਜ ਸਾਡਾ ਧਰਮ ਜਿਹੜਾ ਖਾਤਮੇ ਵੱਲ ਜਾ ਰਿਹਾ ਹੈ, ਔਰੰਗਜ਼ੇਬ ਰੁਕਦਾ ਨਹੀਂ, ਮੁਸਲਮਾਨ ਜਿਹੜਾ ਹੈ ਸਾਰੇ ਲੋਕਾਂ ਨੂੰ ਮੁਸਲਮਾਨ ਬਣਾਉਣ ਤੇ ਤੁਲਿਆ ਹੋਇਆ। ਤੇ ਉਸ ਵੇਲੇ ਫਿਰ ਨੌਵੇਂ ਪਾਤਸ਼ਾਹ ਜੀ ਦੇ ਬਚਨਾਂ ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹੇ ਨਤ ਛੋੜੀ ਹੈ। ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀਏ, ਭਾਵੇਂ ਮਰ ਜਾਓ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਇਹ ਵੀ ਗੁਰੂਆਂ ਨੇ ਸਭ ਨੂੰ ਸਮਝਾਇਆ। ਔਰ ਜੇ ਮੁਸਲਮਾਨਾਂ ਨੇ ਪੁੱਛਿਆ ਦਸਵੇਂ ਪਾਤਸ਼ਾਹ ਨੂੰ ਧਰਮ ਤੁਹਾਡਾ ਚੰਗਾ ਕਿ ਸਾਡਾ ਚੰਗਾ ਹੈ, ਤੇ ਦਸਵੇਂ ਪ੍ਰੀਤਮ ਕਹਿੰਦੇ ਹਮਕੋ ਹਮਾਰਾ ਖੂਬ ਤੁਮ ਕੋ ਤੁਮਾਰਾ ਖੂਬ, ਤੁਸੀਂ ਆਪਣੇ ਧਰਮ ਤੇ ਰਹੋ, ਸਾਨੂੰ ਸਾਡਾ ਧਰਮ ਚੰਗਾ ਹੈ। ਖੈਰ ਮੇਰੇ ਪ੍ਰੀਤਮ ਜੀ ਨੇ ਇਸ ਭਾਰਤ ਵਰਸ਼ ਵਿੱਚ ਜੋ ਕਤਲੇਆਮ ਹੋ ਰਿਹਾ ਸੀਗਾ ਉਸ ਨੂੰ ਰੋਕਣ ਲਈ ਮਾਤ ਲੋਕ ਵਿੱਚ ਆਉਣਾ ਕੀਤਾ ਜੀ। ਕਰੇ ਬਾਕ ਜਗ ਰਚਨ ਸੰਗਾਰਨਾ ਇਮ ਸਮਰੱਥ ਜਨ ਕੀਰੀ। ਹੁਣ ਇਹ ਆਮ ਜਨਤਾ ਪਹਾੜੀਆਂ ਨੂੰ ਲਾਹਨਤਾਂ ਪਾਉਂਦੀ ਹੋਈ ਕਹਿੰਦੀ ਆ ਕਿ ਜਿਨ੍ਹਾਂ ਦੇ ਇੱਕ ਬਚਨ ਦੇ ਨਾਲ ਸਾਰੀ ਦੁਨੀਆ ਸੰਘਾਰਨ ਭਾਵ ਖਤਮ ਹੋ ਜਾਵੇ, ਐਡੀ ਸਮਰੱਥਾ ਰੱਖਣ ਵਾਲਾ ਗੁਰੂ ਨਾਨਕ ਦਾ ਘਰ। ਵਰਤੇ ਤੋ ਮਾਨਵੀ ਲੀਲਾ ਮੂਰਖ ਲਕੇ ਕੋ ਫੇਰੀ। ਪਰ ਫਿਰ ਵੀ ਸਤਿਗੁਰੂ ਆਪਣੀ ਉਸ ਅਧਿਆਤਮਕ ਸ਼ਕਤੀ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਦੇ। ਜੇ ਚਾਹੁੰਦੇ ਤਾਂ ਚੁਟਕੀ ਬਚਾਉਣ ਦੀ ਤਰ੍ਹਾਂ ਹੋ ਸੰਸਾਰ ਦਾ ਖਾਤਮਾ। ਇਹ ਮੁਸਲਮਾਨ ਤਾਂ ਲੱਭਣੇ ਵੀ ਨਹੀਂ ਸੀਗੇ ਔਰੰਗਜ਼ੇਬ ਵਰਗੇ ਜ਼ਾਲਮ। ਵੈਸੇ ਮੁਸਲਮਾਨ ਸਾਰੇ ਦੁਸ਼ਮਣ ਨਹੀਂ ਆ ਗੁਰੂ ਨਾਨਕ ਦੇ ਘਰ ਦੇ। ਸਭ ਤੋਂ ਪਹਿਲਾ ਸਿੱਖ ਮਰਦਾਨਾ ਬਾਬੇ ਨਾਨਕ ਦਾ। ਦਸਵੇਂ ਪਾਤਸ਼ਾਹ ਜੀ ਦੇ ਨਾਲ ਦੇ ਜੇ ਜੰਗਾਂ ਯੁੱਧਾਂ ਵਿੱਚ ਹੋਣ ਵਾਲੇ ਯੋਧਿਆਂ ਨੂੰ ਵੇਖੀਏ ਤਾਂ ਉਹਨਾਂ ਵਿੱਚ ਪੀਰ ਬੁੱਧੂ ਸ਼ਾਹ ਮੁਸਲਮਾਨ ਹੈ, ਜਿਹਨੇ ਆਪਣੇ 4 ਪੁੱਤਰ ਵਾਰੇ ਹੈ। 700 ਚੇਲਾ ਭੰਗਾਣੀ ਦੀ ਜੰਗ ਵਿੱਚ ਲੈ ਕੇ ਆਂਦਾ ਹੈ। ਉਸ ਤੋਂ ਅੱਗੇ ਜਾ ਕੇ ਜਦ ਮਾਛੀਵਾੜੇ ਦੇ ਵਿੱਚੋਂ ਪਾਤਸ਼ਾਹ ਨਿਕਲਣਾ ਸੀ, ਇੱਕ ਜੁਗਤ ਬਣਾਈ ਤੇ ਉਸ ਵੇਲੇ 2 ਵੀਰ ਮੁਸਲਮਾਨ ਹਨ ਜਿਨ੍ਹਾਂ ਨੇ ਪਲੰਘਾਂ ਚੱਕ ਕੇ ਉੱਚ ਦਾ ਪੀਰ ਬਣਾ ਕੇ ਗਨੀ ਖਾਨ ਨਬੀ ਖਾਨ ਨੇ ਫੌਜਾਂ ਦੇ ਘੇਰੇ ਵਿੱਚੋਂ ਪਾਤਸ਼ਾਹ ਨੂੰ ਲੁਧਿਆਣੇ ਵੱਲ ਆਲਮਗੀਰ ਵੱਲ ਦੇ ਵੱਲ ਲਿਜਾ ਕੇ ਜਾਣਾ ਕੀਤਾ। ਉਹ ਵੀ ਮੁਸਲਮਾਨ ਸੀ। ਅਸੀਂ ਕਿਸੇ ਯਾਦ ਦੇ ਨਾਲ ਨਹੀਂ ਦੁਸ਼ਮਣੀ ਰੱਖਦੇ, ਅਸੀਂ ਜ਼ੁਲਮ ਦੇ ਨਾਲ ਹੀ ਸਾਡੀ ਦੁਸ਼ਮਣੀ ਹੈ। ਜਿੱਥੇ ਜ਼ੁਲਮ ਹੁੰਦਾ ਹੈ ਤੇ ਗੁਰੂ ਸਾਹਿਬਾਂ ਨੇ ਜ਼ੁਲਮ ਨੂੰ ਹੀ ਖਤਮ ਕਰਨ ਵਾਸਤੇ ਸਭ ਕੁਝ ਕੀਤਾ ਹੈ। ਜੇ ਲਿਸਟ ਬਣਾਈਏ ਮੁਸਲਮਾਨ ਵੀਰਾਂ ਦੀ ਤੇ ਇਹ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਹੋਣਗੇ ਜਿਨ੍ਹਾਂ ਨੇ ਉਸ ਵੇਲੇ ਗੁਰੂ ਸਾਹਿਬਾਂ ਦਾ ਸਾਥ ਦਿੱਤਾ। ਇੱਕ ਔਰੰਗਜ਼ੇਬ ਐਂਟੀ ਹੋਇਆ ਸੀ, ਉਹਨੂੰ ਰੋਕਣਾ ਚਾਹਿਆ ਤਾਂ ਉੱਥੇ ਜ਼ਰੂਰ ਨੌਵੇਂ ਪਾਤਸ਼ਾਹ ਨੇ ਜਾਣਾ ਕੀਤਾ। ਇਸ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਇੰਨੀ ਤਾਕਤ ਹੈ, ਇੱਕ ਬਚਨ ਕਹਿ ਦੇਣ ਦੁਨੀਆ ਉਲਟ ਪੁਲਟ ਹੋ ਜਾਵੇ। ਜਿਵੇਂ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਪ੍ਰਗਟ ਹੋ ਕੇ ਕਹਿੰਦੇ ਹਨ, ਜਦੋਂ ਗੁਰੂ ਪਿਆਰਿਓ ਇੱਕ ਮੁਸਲਮਾਨ ਰਾਜੇ ਨੇ ਭਗਤ ਨਾਮਦੇਵ ਜੀ ਨੂੰ ਬੰਨ ਲਿਆ ਸੰਗਣਾ ਦੇ ਨਾਲ, ਕਹਿੰਦਾ ਮੇਰੀ ਗਾਂ ਜਿਉਂਦੀ ਕਰ। ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵਿਆ ਕੋਈ, ਰੱਬ ਦਾ ਕੀਤਾ ਕੋਈ ਬਦਲ ਨਹੀਂ ਸਕਦਾਗਾ, ਇਹਨੂੰ ਮੈਂ ਜਿਉਂਦੀ ਨਹੀਂ ਕਰ ਸਕਦਾ। ਕਹਿੰਦੇ ਫਿਰ ਤੂੰ ਕਰਾਮਾਤ ਵਿਖਾ ਕੋਈ। ਕਹਿੰਦੇ ਮੇਰੇ ਕੋਲ ਕੋਈ ਕਰਾਮਾਤ ਨਹੀਂ ਹੈ। ਨਹੀਂ ਕਰਾਮਾਤ ਹੈਗੀ ਫਿਰ ਤੂੰ ਮੁਸਲਮਾਨ ਬਣ ਜਾ। ਕਹਿੰਦਾ ਨਾ ਮੈਂ ਮੁਸਲਮਾਨ ਬਣਾ। ਕਹਿੰਦੇ ਫਿਰ ਗਾਂ ਜਿਉਂਦੀ ਕਰ। ਕਹਿੰਦੇ ਨਾ ਮੈਂ ਗਾਂ ਜਿਉਂਦੀ ਕਰ ਸਕਦਾ। ਫਿਰ ਤੈਨੂੰ ਮੈਂ ਮਾਰ ਦੇਵਾਂਗਾ। ਕਹਿੰਦਾ ਮਾਰ ਦੇ। ਕਹਿੰਦੇ ਤੈਨੂੰ 10 ਘੜੀਆਂ ਦਿੱਤੀਆਂ, ਫੈਸਲਾ ਕਰ ਲਾ।
ਉਸ ਤੋਂ ਬਾਅਦ ਮੈਂ ਤੈਨੂੰ ਮਾਰ ਦੇਣਾ। ਸਾਧ ਘੜੀ ਜਾ ਬੀਤੀ ਸੁਣੀ ਅਜੋ ਨਾ ਆਇਓ ਤੇ ਭਵਨ ਟਣੀ। ਭਗਤ ਜੀ ਨੇ ਆਕਾਸ਼ ਵੱਲ ਦੇਖਿਆ ਤਾਂ ਕੀ ਵੇਖਦੇ ਆ, ਉਸੇ ਸਮੇਂ ਹੀ ਪਾਖੰਤਨ ਬਾਜ ਬਜਾਇਲਾ ਗਰੁੜ ਚੜੇ ਗੋਬਿੰਦ ਆਇਲਾ। ਪਰਮੇਸ਼ਰ ਪ੍ਰਗਟ ਹੋਏ ਤੇ ਆ ਕੇ ਪੁੱਛਦੇ ਐ ਭਗਤਾ ਕੀ ਹੋ ਗਿਆ ਤੈਨੂੰ, ਕਿਵੇਂ ਐਮਰਜੈਂਸੀ ਯਾਦ ਕੀਤਾ? ਕਿਉਂਕਿ ਉਹਨਾਂ ਨੇ ਸੰਗਲ ਵਜਾ ਕੇ ਹੀ ਪਰਮੇਸ਼ਰ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਸੰਗਲਾਂ ਨੂੰ ਹੀ ਉਹਨਾਂ ਨੇ ਗੁਰੂ ਪਿਆਰਿਓ ਸਾਜ਼ ਬਣਾ ਲਿਆ। ਪਰਮੇਸ਼ਰ ਪ੍ਰਗਟ ਹੋਏ, ਕਹਿੰਦੇ ਕੀ ਗੱਲ ਹੈ ਭਗਤਾ, ਕਿਹਨੇ ਦੁੱਖ ਦਿੱਤਾ? ਕਹੇ ਤਾਂ ਧਰਨੀ ਕੋਡੀ ਕਰੋ, ਕਹੇ ਤਾਂ ਧਰਤੀ ਮੂਦੀ ਮਾਰਦੇ ਆ। ਨਹੀਂ ਮਹਾਰਾਜ ਇਹਨਾਂ ਲੋਕਾਂ ਨੇ ਆਪਣਾ ਕੀ ਵਿਗਾੜਿਆ? ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਸਾਰਿਆਂ ਨੂੰ ਮਾਰ ਕੇ ਲੈ ਜਾ। ਨਹੀਂ ਮਹਾਰਾਜ ਫਿਰ ਦੱਸ ਕੀ ਦੁੱਖ ਹੈ? ਕਹੇ ਤਾਂ ਮੋਈ ਹੋਈ ਗਊ ਦਿਓ ਜਵਾਏ, ਕਹਿੰਦੇ ਆ ਗਾਂ ਜਿਉਂਦੀ ਕਰਦਿਆਂ ਤੇਰੇ ਵਾਸਤੇ। ਕਹਿੰਦੇ ਮੇਰੇ ਵਾਸਤੇ ਨਹੀਂ, ਉਹ ਬੱਚਾ ਕੱਲ ਦਾ ਭੁੱਖਾ ਰੰਭੀ ਜਾਂਦਾ ਹੈ। ਪ੍ਰਣਵੈ ਨਾਮਾ ਸੇਲ ਵਸੇਲ, ਗਊ ਦੁਹਾਈ ਬਛੜਾ ਮੇਲ। ਤਾਂ ਭਗਤ ਜੀ ਦੀ ਬੇਨਤੀ ਸੁਣ ਕੇ ਪਰਮੇਸ਼ਰ ਨੇ ਗਾਂ ਜਿਉਂਦੀ ਕਰ ਦਿੱਤੀ। ਬੱਚਾ ਛੱਡਿਆ ਗਿਆ, ਦੁੱਧ ਵੀ ਉਤਰ ਆਇਆ ਔਰ ਦੁੱਧ ਚੋ ਕੇ ਮਟਕੀ ਭਰੀ। ਲੈ ਬਾਦਸ਼ਾਹ ਕੇ ਆਗਿਆ ਧਰੀ। ਬਾਦਸ਼ਾਹ ਨੇ ਥੋੜਾ ਦੁੱਧ ਚੋਲੀ ਦੇ ਪਾ ਕੇ ਨਾ ਚਖਣਾ ਕੀਤਾ ਤੇ ਜਦੋਂ ਹੀ ਦੁੱਧ ਉਹਦੇ ਅੰਦਰ ਗਿਆ ਤੇ ਪੇਟ ਦਰਦ ਐਸਾ ਹੋਇਆ ਫਿਰ ਕਿਸੇ ਦਵਾਈ ਨਾਲ ਹਟੇ ਨਾ, ਜਿੰਨਾ ਚਿਰ ਉਹਨੇ ਭਗਤ ਜੀ ਤੋਂ ਮਾਫੀ ਨਹੀਂ ਮੰਗੀ। ਕੋ ਸਤਨਾਮ। ਫਿਰ ਜਾ ਕੇ ਉਹ ਸੈੱਟ ਹੋਇਆ। ਇਸ ਕਰਕੇ ਜਨਤਾ ਸੰਸਾਰ ਕਹਿ ਰਿਹਾ, ਕਹਿੰਦੇ ਕਿੰਨੇ ਮੂਰਖ ਹੈ ਪਹਾੜੀਏ ਜਿਹੜੇ ਗੁਰੂ ਨਾਨਕ ਦੇ ਐਸੇ ਘਰ ਨਾਲ ਆਡਾ ਵਿੱਢ ਕੇ ਬੈਠੇ ਹਨ, ਜਿਹੜੇ ਸਭ ਦਾ ਭਲਾ ਲੋਚਦੇ ਹਨ। ਇਹ ਗੁਰੂ ਤਾਂ ਇੰਨੀ ਸ਼ਕਤੀ ਰੱਖਦਾ ਹੈ। ਇਹ ਦੂਸਰੀ ਗੱਲ ਹੈ ਕਿ ਮਨੁੱਖਾਂ ਦੀ ਤਰ੍ਹਾਂ ਵਿੱਚ ਰਹੇ ਨੇ। ਵਰਤੈ ਕਉ ਮਾਨਵੀ ਲੀਲਾ, ਮੂਰਖ ਲੱਖਾਂ ਕਫੇਰੀ। ਇਹ ਮੂਰਖ ਸੋਚਦੇ ਆ ਸ਼ਾਇਦ ਗੁਰੂ ਵਿੱਚ ਤਾਕਤ ਨਹੀਂ, ਅਸੀਂ ਗਿਣਤੀ ਨਾਲ ਉਹਨਾਂ ਨੂੰ ਹਰਾ ਲਵਾਂਗੇ। ਤੁਰ ਕਨ ਸੰਗ ਵਿਰੋਧ ਜਿਨੋ ਕਹੋ, ਨੈ ਸਮਝੇ ਮਤ ਮੰਦੇ। ਔਰ ਇਹਨਾਂ ਮੂਰਖਾਂ ਨੇ ਇਹ ਵੀ ਨਹੀਂ ਸਮਝਿਆ ਕਿ ਇਸ ਗੁਰੂ ਨਾਨਕ ਦੇ ਘਰ ਨੂੰ ਤਾਂ ਸ਼ਾਹਜਹਾਂ ਵਰਗੇ ਰਾਜੇ ਤੁਰਕ ਵੀ ਹਰਾ ਨਹੀਂ ਸਕੇ। ਸ਼ਰਨ ਗਹਿਤ ਸੁਖ ਲਹਿਤ ਚਹਿਤ, ਜਿਤ ਦੇ ਦਵੈ ਲੋਕ ਆਨੰਦੇ। ਔਰ ਜਿਹੜੇ ਇਸ ਘਰ ਨਾਲ ਬੈਰ ਰੱਖਦੇ ਆ, ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ। ਜਿਹੋ ਜਿਹਾ ਤੁਸੀਂ ਗੁਰੂ ਨੂੰ ਸਮਝਾਂਗੇ ਗੁਰੂ ਤੁਹਾਡੇ ਵਾਸਤੇ ਉਹੋ ਜਿਹਾ ਬਣ ਜਾਊਗਾ। ਜੇ ਕੋਈ ਚੜ੍ਹ ਕੇ ਆਵੇਗਾ ਤੇ ਫਿਰ ਉਹੋ ਜਿਹਾ ਫਲ ਲੈ ਲਵੇਗਾ। ਜੇ ਕੋਈ ਸ਼ਰਨ ਵਿੱਚ ਆਵੇਗਾ ਤੇ ਫਿਰ ਉਸ ਨੂੰ ਦਾਤਾਂ ਮਿਲਣਗੀਆਂ। ਇਸ ਕਰਕੇ ਜੇ ਕੋਈ ਸ਼ਰਨ ਲੈ ਲਵੇ ਤਾਂ ਸੁੱਖ ਮਿਲਦੇ ਹਨ। ਦੋਨਾਂ ਲੋਕਾਂ ਦਾ ਆਨੰਦ ਗੁਰੂ ਦਿੰਦਾ ਜੀ। ਕਹਾ ਕਰੇ ਜੀ ਭਾਲ ਭਾਗ ਨਹਿ, ਜੁਗ ਲੋਕਨ ਦੁਖ ਪਾਵੈ। ਪਰ ਇਹਨਾਂ ਪਹਾੜੀਏ ਭੀਮ ਚੰਦ ਵਰਗਿਆਂ ਦੇ ਮੱਥੇ ਦੇ ਭਾਰ ਹੀ ਲੱਗਦਾ ਮਾੜੇ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਆਡਾ ਵਿੱਢ ਕੇ ਬੈਠੇ ਹਨ। ਔਰ ਦੋਹਾਂ ਲੋਕਾਂ ਦੇ ਵਿੱਚ ਲੋਕ ਦੁਖੀ ਹੋਣਗੇ। ਇਹਾ ਰਾਜ ਮੈਂ ਦੁੰਦ ਪਹਿ ਨਿਤ, ਮਰ ਕਰ ਨਰਕ ਸਿਧਾਵੈ। ਇੱਥੇ ਚੱਜ ਨਾਲ ਜੰਗ ਆਪਣਾ ਰਾਜ ਨਹੀਂ ਕਰ ਸਕਣਗੇ ਤੇ ਮਰਨ ਤੋਂ ਬਾਅਦ ਇਹ ਸਾਰੇ ਨਰਕਾਂ ਨੂੰ ਜਾਣਗੇ। ਭੀਮ ਚੰਦ ਵਰਗੇ, ਕੇਸਰੀ ਚੰਦ ਵਰਗੇ ਰਾਜੇ। ਧੰਨ ਗੁਰੂ ਚੌਬਨ ਰੰਗ ਜੀ, ਦੇ ਅੰਮ੍ਰਿਤ ਕੈ ਜੋਦੇ। ਉਹ ਧੰਨ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਅਮਰ ਦੀ ਦਾਤ ਬਖਸ਼ ਕੇ ਇਹ ਹਿੰਦੁਸਤਾਨ ਦੇ ਉਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਦੇ ਕੋਲੋਂ ਗੁਰੂ ਪਿਆਰਿਓ ਇਹ ਅਬਦਾਲੀ ਵਰਗੇ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਤੇ ਹੋਰ ਰਾਜੇ ਪੁਰਾਣੇ ਤੁਰਕ ਜਿਹੜੇ ਅਰਬਸਤਾਨ ਤੋਂ ਆਉਂਦੇ ਸੀ ਜਾਂ ਉਸ ਤੋਂ ਪਹਿਲਾਂ ਜਿਹੜੇ ਲੋਕ ਇਸ ਭਾਰਤ ਵਰਸ਼ ਧਰਤੀ ਤੇ ਆਉਂਦੇ ਸੀ ਔਰ ਇੱਥੋਂ ਦੇ ਲੋਕਾਂ ਨੂੰ ਲੁੱਟਮਾਰ ਕਰਕੇ ਇੱਥੋਂ ਦੀਆਂ ਇਸਤਰੀਆਂ ਬੱਚੀਆਂ ਵੀ ਲੈ ਜਾਂਦੇ, ਲੜਕੀਆਂ ਵੀ ਲੈ ਜਾਂਦੇ ਤੇ ਮਾਲ ਵੀ ਲੁੱਟ ਕੇ ਲੈ ਜਾਂਦੇ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਦੀ ਦਾਤ ਬਖਸ਼ ਕੇ ਭਾਰਤ ਵਰਸ਼ ਦੇ ਲੋਕਾਂ ਨੂੰ ਯੋਧੇ ਬਣਾਇਆ। ਐਸਾ ਗੁਰੂ ਧਨ ਹੈ ਜਿਸ ਨੇ ਅਮਰ ਦੀ ਦਾਤ ਦੇ ਕੇ ਸਭ ਨੂੰ ਤਕੜੇ ਕੀਤਾ ਹੈ ਜੀ। ਜਗਤ ਵਿਕੇ ਜਸ ਜੁਤ ਸੁਖ ਭੋਗੈ, ਇਤ ਪਰਲੋਕ ਉਰ ਬੋਧੇ। ਔਰ ਜਿਨ੍ਹਾਂ ਨੇ ਗੁਰੂ ਦੀ ਦਾਤ ਪ੍ਰਾਪਤ ਕਰ ਲਈ ਉਹ ਸੰਸਾਰ ਵਿੱਚ ਸੁੱਖ ਭੋਗਦੇ ਐ, ਸਿਫਤ ਮਿਲਦੀ ਆ ਉਹਨਾਂ ਨੂੰ। ਤੇ ਜਦ ਸਰੀਰ ਛੱਡ ਕੇ ਜਾਂਦੇ ਹਨ ਪਰਲੋਕ ਦੇ ਵਿੱਚ ਵੀ ਉਹ ਗਿਆਨਵਾਨ ਹੋ ਕੇ ਜਾਂਦੇ ਹਨ ਤੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਭੀਮ ਚੰਦ ਦੁਖ ਪਾਏ ਵਡੇਰਾ, ਨਿਜ ਪ੍ਰਦਾਨ ਪਠਾਏ। ਔਰ ਭੀਮ ਚੰਦ ਜਿਹੜਾ ਹੈ ਇਹ ਬਹੁਤ ਦੁਖੀ ਹੋਇਆ। ਆਪਣੇ ਵਜ਼ੀਰ ਨੂੰ
ਸਰਹੰਦ ਦੇ ਸੂਬੇ ਕੋਲ ਭੇਜਦਾ है गज बहुत मोल की लेकर तुर्कन हित सुमदाई। ਕਿੰਨਾ ਮੂਰਖ ਹੈ ਭੀਮ ਚੰਦ, ਇਸ ਨੇ ਹੁਣ ਤੁਰਕਾਂ ਦੇ ਨਾਲ ਸੰਬੰਧ ਕਰ ਲਿਆ। ਇਦੋਂ ਤਾਂ ਗੁਰੂ ਨਾਲ ਜੁੜ ਜਾਂਦਾ, ਨਾ ਇਹਦਾ ਰਾਜ ਖਤਮ ਹੁੰਦਾ, ਨਾ ਇਹਦੀਆਂ ਫੌਜਾਂ ਮਰਦੀਆਂ, ਬਲਕਿ ਸਤਿਗੁਰੂ ਇਹਨਾਂ ਨੂੰ ਤਾਕਤਾਂ ਦਿੰਦਾ। ਉਹਨਾਂ ਤੁਰਕਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਇਹ ਰੋਕ ਸਕਦੇ ਸੀ, ਪਰ ਉਲਟਾ ਇਸ ਦੁਸ਼ਟ ਨੇ ਵਜੀਦੇ ਵਰਗਿਆਂ ਕੋਲੇ ਬਹੁਤ ਕੀਮਤੀ ਹਾਥੀ ਘੋੜੇ ਦੇ ਕਰਕੇ ਮਤਲਬ ਰਿਸ਼ਵਤ ਦੇ ਕੇ ਆਪਣੇ ਵਜ਼ੀਰ ਭੇਜੇ। कांचन रजत करे जिन होदा तिम ही जीन बनाए। ਔਰ ਉਹਨਾਂ ਹਾਥੀਆਂ ਦੇ ਹੌਦੇ ਦੀ ਕੀਮਤੀ ਔਰ ਜੀਨ ਭਾਵ ਸੁੰਦਰ ਕਢਾਈ ਵਾਲੀਆਂ ਕਾਠੀਆਂ ਤਿਆਰ ਕੀਤੀਆਂ ਘੋੜਿਆਂ ਦੀਆਂ। वस्त्र अनूठी अपर सकेली तन गन संग पठाए। ਹੋਰ ਵੀ ਕੀਮਤੀ ਵਸਤੂਆਂ ਭੀਮ ਚੰਦ ਨੇ ਇਹਨਾਂ ਤੁਰਕਾਂ ਤੋਂ ਸਹਾਇਤਾ ਲੈਣ ਵਾਸਤੇ, ਗੁਰੂ ਗੋਬਿੰਦ ਸਿੰਘ ਨੂੰ ਹਰਾਉਣ ਵਾਸਤੇ ਇਹਨਾਂ ਨੇ ਤੁਰਕਾਂ ਦੇ ਨਾਲ ਸੰਧੀ ਕੀਤੀ ਹੈ। ਉਹਨਾਂ ਨੂੰ ਘੋੜਿਆਂ ਹਾਥੀਆਂ ਦੀਆਂ ਰਿਸ਼ਵਤਾਂ ਦਿੱਤੀਆਂ ਹਨ। सिरंद को सूबा बल पारी खां वजीर जिस नामो। ਸਰਹੰਦ ਦਾ ਸੂਬਾ ਵਜ਼ੀਰ ਖਾਂ ਜਿਹੜਾ ਸੀਗਾ ਬੜਾ ਤਕੜਾ। तिस टिक रिश्वत पठी बिने कर हमको लखो गुलामो। ਕਿੱਡੇ ਮੂਰਖ ਹੈ, ਕਿੱਡੇ ਮੂਰਖ ਹੈ, ਇਦੋਂ ਤਾਂ ਪਰਮੇਸ਼ਰ ਦੇ ਗੁਲਾਮ ਬਣ ਜਾਂਦੇ। ਵਜ਼ੀਰ ਖਾਂ ਵਰਗਿਆਂ ਨੂੰ, ਵਜੀਦੇ ਵਰਗਿਆਂ ਨੂੰ ਕਹਿੰਦੇ ਆ ਅਸੀਂ ਤੁਹਾਡੇ ਗੁਲਾਮ ਆ, ਤੁਹਾਡੇ ਅਨੁਸਾਰ ਚੱਲਣ ਵਾਲੇ ਹਾਂ, ਅਸੀਂ ਤੁਹਾਡੇ ਲਈ ਆਹ ਜਿਹੜੀ ਰਿਸ਼ਵਤ ਰੂਪ ਦੇ ਵਿੱਚ ਘੋੜੇ ਹਾਥੀ ਭੇਜਦੇ ਹਾਂ। ਗੁਰ ਗੋਬਿੰਦ ਸਿੰਘ ਬਲੀ ਪਿਓ ਬਹੁਤ ਦਿਨ ਪ੍ਰਤ ਸਿੰਘ ਵਧਾਈ। ਔਰ ਉਹਨਾਂ ਕੋਲ ਸ਼ਿਕਾਇਤ ਲਾਉਂਦਾ ਗੁਰੂ ਗੋਬਿੰਦ ਸਿੰਘ ਬੜਾ ਤਕੜਾ ਹੋ ਗਿਆ ਹੈ ਔਰ ਬਹੁਤ ਬਲੀ ਹੋ ਗਿਆ ਹੈ। ਦਿਨ ਪ੍ਰਤੀ ਇਹਦੀ ਫੌਜ ਹੈ ਜਿਹੜੀ ਵਧਦੀ ਜਾ ਰਹੀ ਹੈ। ਤੂੰ ਜੀ ਕਸੋਲਰੇ ਇੱਕ ਦਿਨ ਜਬ ਹਮਲੇ ਹਰਾਏ। ਕਹਿਣ ਲੱਗੇ ਤੂੰ ਨੇੜੇ ਰਹਿੰਦਾ ਹੈ, ਸਾਨੂੰ ਹਰਾ ਕੇ ਇੱਕ ਦਿਨ ਤੁਹਾਡੇ ਨਾਲ ਇਹ ਯੁੱਧ ਕਰੇਗਾ। ਭੜਕਾਉਂਦਾ ਹੈ ਸਰਹੰਦ ਦੇ ਵਜ਼ੀਰ ਨੂੰ, ਸੂਬੇਦਾਰ ਨੂੰ ਭੜਕਾਉਂਦਾ ਹੈ। ਕਹਿਣ ਲੱਗਿਆ ਇਹ ਗੁਰੂ ਗੋਬਿੰਦ ਸਿੰਘ ਪਹਿਲਾਂ ਸਾਨੂੰ ਹਰਾਵੇਗਾ ਪਹਾੜੀ ਇਲਾਕੇ ਵਾਲਿਆਂ ਨੂੰ, फिर तेरे नाल लड़ेगा। अब तो सुगम जतन जानो हम संग होई लरीजै। कहन लगिया चंगा रहेगा जे तू साडे नाल रल जावे ते आपां रल के गुरु गोबिंद सिंह नू हरा दईए। 14 ते रोके बल देकर आनंदपुर छुट बीजै। ਇਹਦਾ अपना बहुत ਵੱਡਾ दुश्मन पैदा हो गया। ਭੀਮਚੰਦ ਵਰਗੇ ਮੁਸਲਮਾਨ ਸੂਬੇਦਾਰਾਂ ਦੇ ਕੋਲ ਸੁਨੇਹੇ ਭੇਜਦੀ ਆ ਰਿਸ਼ਵਤਾਂ ਦੇ ਦੇ ਕੇ, ਜੇ ਤੁਸੀਂ ਸਾਡੇ ਨਾਲ ਰਲ ਜਾਓ ਆਪਾਂ ਜੰਗ ਕਰੀਏ ਤੇ ਇਹਨਾਂ ਨੂੰ ਇਸ ਆਪਣੇ ਪਹਾੜੀ ਇਲਾਕੇ ਚੋਂ ਆਨੰਦਪੁਰ ਚੋਂ ਕੱਢ ਦਈਏ। ਆਗੇ ਸਾਉ ਚਮਕ ਚਿਆਈ ਦਵੈ ਉਮਰਾ ਪਠਾਏ। ਪਹਿਲਾਂ ਵੀ ਦਿੱਲੀ ਸੈਂਟਰ ਨੇ, ਦਿੱਲੀ ਦੇ ਰਾਜੇ ਨੇ ਫੌਜ ਭੇਜੀ ਸੀ 2 ਜਰਨੈਲ ਦੇ ਕੇ। ਪੈਨ ਖਾਨ ਕੋ ਘਾਤ ਕੀ ਨਰਾਨਾ ਦੀਨਾ ਬੇਗ ਬੁਲਾਏ। ਪੈਨੇ ਖਾਨ ਜਰਨੈਲ ਤਾਂ ਇਹਨਾਂ ਸਿੱਖਾਂ ਨੇ ਮਾਰ ਦਿੱਤਾ ਸੀ ਜੰਗ ਵਿੱਚ ਹੀ ਤੇ ਦੀਨਾ ਬੇਗ ਭੱਜ ਗਿਆ ਸੀ। ਉਦਮ ਕਰੋ ਹਮੋਲਕ ਆਪਣੇ ਅਬ ਜੇ ਬਨੋ ਸਹਾਈ। ਚਿੱਠੀ ਲਿਖਦਾ ਹੈ, ਕਹਿੰਦੇ ਤੁਸੀਂ ਉਦਮ ਕਰੋ ਜੇ ਸਾਡੀ ਮਦਦ ਕਰੋ, ਸਾਡੀ ਸਹਾਇਤਾ ਕਰੋ। ਦਲਗਨ ਕੋ ਸਕੀਲ ਚਲਿਆ ਹੋ ਕਰੇ ਕਾਜ ਸੁਹਾਈ। ਕਾਫੀ ਸਾਰੀ ਫੌਜ ਲੈ ਕੇ ਆਓ, ਅਸੀਂ ਵੀ ਆਪਣੀ ਫੌਜ ਇਕੱਤਰ ਕਰਾਂਗੇ। ਇੱਕ ਤੋ ਹਮ ਪਰ ਹੋਏ ਉਪਕਾਰਾ ਦੂਜੇ ਸ਼ਤਰੂ ਤੁਮਾਰਾ। ਇੱਕ ਤਾਂ ਸਾਡਾ ਭਲਾ ਹੋਵੇਗਾ, ਅਸੀਂ ਬਚ ਜਾਵਾਂਗੇ, ਤੁਸੀਂ ਵੀ ਬਚ ਜਾਓਗੇ, ਨਹੀਂ ਤਾਂ ਸਾਨੂੰ ਜਿੱਤ ਕੇ ਤੁਹਾਡੇ ਤੇ ਹਮਲਾ ਕਰੂਗਾ। ਪਰ ਗੁਰੂ ਗੋਬਿੰਦ ਸਿੰਘ ਐਸਾ ਸੁਭਾਅ ਨਹੀਂ ਰੱਖਦੇ। ਉਹ ਤਾਂ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਇਹ ਭੀਮਚੰਦ ਵਰਗੇ ਦੇਖੋ ਕਿਹੋ ਜੀਆਂ ਲੂਤੀਆਂ ਹੁਣ ਅੱਗੇ ਸੈਂਟਰ ਸਰਕਾਰ ਦੇ ਸੂਬੇਦਾਰਾਂ ਨੂੰ ਲਾਉਂਦੇ ਹਨ। ਕਿਉ ਚਿੰਤ ਤੁਮ ਜਾਨੋ ਨਾਹਿ ਨਾ ਬਿਗੜੇ ਕਾਰਜ ਭਾਰਾ। ਤੁਸੀਂ ਨਿਸ਼ਚਿੰਤ ਹੋ ਕੇ ਬੈਠੇ ਹੋ, ਤੁਸੀਂ ਕਿਉਂ ਨਹੀਂ ਸਮਝਦੇ ਆਉਣ ਵਾਲੇ ਸਮੇਂ ਵਿੱਚ ਜੇ ਗੁਰੂ ਗੋਬਿੰਦ ਸਿੰਘ ਹੋਰ ਤਕੜਾ ਹੋ ਗਿਆ ਤਾਂ ਤੁਹਾਡੇ ਤੇ ਹਮਲਾ ਕਰੂ। ਕਹਿੰਦੇ ਯਾਦ ਕੇ ਕਹਿ ਪਟਿਓ ਸਿਰੰਦ ਕੋ ਦਿੱਲੀ ਤਥਾ ਪਠਾਏ। ਇਸ ਤਰ੍ਹਾਂ ਇਹਨੇ ਕੁਝ ਵਜ਼ੀਰ ਸਰਹੰਦ ਦੇ ਸੂਬੇਦਾਰ ਵੱਲ ਭੇਜਦਾ ਹੈ
ਕੁਝ ਸੈਂਟਰ ਸਰਕਾਰ ਔਰੰਗਜ਼ੇਬ ਦੇ ਕੋਲ ਦਿੱਲੀ ਭੇਜਦਾ ਹੈ। ਵਾਡੇ ਪ੍ਰਧਾਨ ਪਠਿਓ ਦਿਸ਼ ਦਛਨਾ ਔਰੰਗਾ ਜਿਸ ਥਾਏ। ਔਰ ਇਸ ਨੇ ਆਪਣਾ ਇੱਕ ਵਜ਼ੀਰ ਔਰੰਗਜ਼ੇਬ ਦੇ ਵੱਲ ਵੀ ਭੇਜਿਆ ਜਿੱਥੇ ਉਹ ਦੱਖਣ ਦੇ ਵਿੱਚ ਲੜਨ ਵਾਸਤੇ ਗਿਆ ਹੋਇਆ ਸੀ। ਦੀਨ ਹੋਏ ਬਹੁ ਬਿਨਤੀ ਭਨ ਭਨ ਲਿਖ ਲਿਖ ਆਪ ਗੁਲਾਮੋ। ਔਰ ਬੜਾ ਹੀ ਨਿਵਾਣਾ ਬਣ ਕੇ, ਕੰਗਾਲ ਬਣ ਕੇ, ਗੁਲਾਮ ਬਣ ਕੇ, ਗੁਲਾਮ ਤਾਂ ਹੈਗਾ ਹੀ ਹੈ ਤੇ ਸਤਿਗੁਰੂ ਇਹ ਗੁਲਾਮੀ ਦਾ ਜੂਲਾ ਲਾਉਣਾ ਚਾਹੁੰਦੇ ਸੀ ਪਰ ਇਹਨਾਂ ਨਹੀਂ ਲਾਇਆ ਤੇ ਅੱਜ ਉਹਨਾਂ ਦੇ ਰਾਜ ਭਾਗ ਸਭ ਖਤਮ ਹੋ ਗਏ ਹਨ। ਬਾਦਸ਼ਾਹ ਕਹਿੰਦੇ ਸੀ ਤੁਹਾਨੂੰ ਮੈਂ ਛੋਟੇ ਰਾਜਿਆਂ ਤੋਂ ਵੱਡੇ ਰਾਜੇ ਬਣਾ ਦਿਆਂਗਾ ਪਰ ਸਾਡੇ ਨਾਲ ਰਲੋ, ਪਰ ਨਹੀਂ ਰਲੇ। ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਛਕ ਲੋ, ਕਹਿੰਦੇ ਜੀ ਅੰਮ੍ਰਿਤ ਤਾਂ ਛਕ ਲਾਂਗੇ ਪਰ ਅਸੀਂ ਬੋਦੀ ਤੇ ਧੋਤੀ ਇਹ ਨਹੀਂ ਛੱਡਣੀ। ਬਾਦਸ਼ਾਹ ਕਹਿੰਦੇ ਕੇਸ ਰੱਖਣੇ ਪੈਣਗੇ, ਕਹਿੰਦੇ ਜੀ ਫੇਰ ਤਾਂ ਮੁਸ਼ਕਲ ਹੈ। ਦੂਜੀ ਗੱਲ, ਚਲੋ ਅਸੀਂ ਅੰਮ੍ਰਿਤ ਛਕ ਲਾਂਗੇ ਪਰ ਸਾਨੂੰ ਕੱਲਿਆਂ ਨੂੰ ਛਕਾ ਦਿਓ। ਕਹਿੰਦੇ ਕੱਲਿਆਂ ਨੂੰ ਨਹੀਂ ਮਿਲਦਾ, ਇਹ ਜਾਤ ਪਾਤ ਤਾਂ ਖਤਮ ਕਰਨੀ ਹੈ ਮੈਂ ਅਮਰ ਦੇ ਰਾਹੀਂ। ਇਸ ਕਰਕੇ ਗੁਰੂ ਪਿਆਰਿਓ ਇਹਨਾਂ ਪਹਾੜੀਆਂ ਨੇ ਗੁਰੂ ਦੀ ਗੱਲ ਨਹੀਂ ਮੰਨੀ, ਤੁਰਕਾਂ ਦੇ ਗੁਲਾਮ ਹੋਣ ਨੂੰ ਰਾਜੀ ਆ। ਦੁਰਤੇ ਬੇਮੁਖ ਪਈ ਦਸਾਸ ਬਿਗਰੇ ਜਿਤ ਕਿਤ ਕਾਮੋ। ਇਉਂ ਗੁਰੂ ਨਾਨਕ ਤੋਂ ਬੇਮੁਖ ਹੋ ਕੇ ਜਿੱਧਰ ਜਾਂਦੇ ਹਨ ਇਹਨਾਂ ਦੇ ਕੰਮ ਰਾਸ ਨਹੀਂ ਆਉਂਦੇ, ਵਿਗੜ ਜਾਂਦੇ ਹਨ। ਦੀਨ ਬਨੇ ਤੁਰਕਨ ਕੀ ਚੇਰਾ ਦਿੱਤ ਸੁਤਾ ਕੇ ਡੋਰੇ। ਔਰ ਮੁਸਲਮਾਨਾਂ ਨੂੰ ਧੀਆਂ ਦੇ ਡੋਲੇ ਦੇ ਕੇ ਰਾਜੀ ਆ। ਮੁਸਲਮਾਨਾਂ ਦੇ ਨਾਲ ਇਹਨਾਂ ਨੇ ਆਪਣੀ ਸਾਂਝ ਪਾਉਣੀ ਰੱਖ ਲਈ ਆ ਪਰ ਗੁਰੂ ਦੇ ਸੇਵਕ ਨਹੀਂ ਬਣ ਸਕੇ। ਧਰਮ ਕੋਈ ਅਪ ਜਸ ਕੋ ਪ੍ਰਾਪਤ ਮਰੇ ਨਰਕ ਪਰ ਕੋਰੇ। ਆਪਣਾ ਧਰਮ ਵੀ ਖਰਾਬ ਕੀਤਾ, ਅਪਜਸ ਵੀ ਦੁਨੀਆ ਚੋਂ ਖੱਟਿਆ ਔਰ ਅਖੀਰ ਘੋਰ ਨਰਕ ਵਿੱਚ ਗਏ ਮਰ ਕੇ। ਜਾਗੇ ਗਏ ਵਕੀਲ ਸੁਨਾਵਤ ਜਨ ਲੂਟੇ ਕਿਨ ਮਾਰੇ। ਔਰ ਗੁਰੂ ਪਿਆਰਿਓ ਜਿੱਥੇ ਜਾਂਦੇ ਹਨ ਇਹਨਾਂ ਦੇ ਵਕੀਲ ਜਾ ਕੇ ਗੱਲ ਸੁਣਾਉਂਦੇ ਹਨ, ਕਹਿੰਦੇ ਹਨ ਜੀ ਅਸੀਂ ਲੁੱਟੇ ਗਏ, ਅਸੀਂ ਮਾਰੇ ਗਏ। ਭਾਵ ਕਿੱਥੇ ਜਾਂਦੇ ਆ? ਸਰਹੰਦ ਦੇ ਵਜ਼ੀਰ ਕੋਲ, ਖਾਂ ਕੋਲੇ, ਔਰ ਸੈਂਟਰ ਦੇ ਵਿੱਚ ਜਿਹੜਾ ਸੂਬਾ ਛੱਡ ਕੇ ਗਿਆ ਉਹਦੇ ਕੋਲ ਜਾਂਦੇ ਆ। ਔਰੰਗਜ਼ੇਬ ਦੱਖਣ ਦੇ ਵੱਲ ਗਿਆ ਹੋਇਆ ਉਹਦੇ ਕੋਲ ਜਾਂਦੇ ਆ। ਜਾ ਕੇ ਕਹਿੰਦੇ ਅਸੀਂ ਜੀ ਲੁੱਟੇ ਗਏ, ਮਾਰੇ ਗਏ, ਤੁਸੀਂ ਸਾਡੀ ਮਦਦ ਕਰੋ। ਕਰੀ ਪੁਕਾਰ ਸਭਨ ਕੇ ਆਗੇ ਹਮਕੋ ਗੁਰੂ ਪ੍ਰਹਾਰੇ। ਕਹਿੰਦੇ ਸਾਨੂੰ ਗੁਰੂ ਮਾਰਦਾ ਹੈ, ਗੁਰੂ ਕਮਲਾ ਥੋੜਾ ਹੀ ਹੈ, ਮਾਰਨ ਵਾਸਤੇ ਥੋੜਾ ਹੀ ਆਇਆ, ਗੁਰੂ ਤਾਂ ਜੀਵਨ ਦਾਨ ਦੇਣ ਵਾਸਤੇ ਆਏ ਹਨ। ਪਰ ਇਹਨਾਂ ਮੂਰਖਾਂ ਦੀ ਮੱਤ ਪੁੱਠੀ ਹੈ ਤੇ ਇਹੋ ਜਿਹੇ ਲੋਕਾਂ ਨੂੰ ਫਿਰ ਅਕਲ ਉਦੋਂ ਹੀ ਆਉਂਦੀ ਹੈ। ਪਾਤਸ਼ਾਹ ਜੀ ਕਹਿੰਦੇ ਹੈ ਨਾ, ਚੌਕਾਰ ਅਜਾ ਹਮ ਹੀਲ ਤੇ ਦਰਗੁਜਸਤ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ। ਜਦੋਂ ਕੋਈ ਪਿਆਰ ਨਾਲ ਸਮਝਾਇਆ ਨਾ ਮੰਨੇ, ਹੱਥ ਜੋੜਿਆ ਨਾ ਮੰਨੇ, ਫਿਰ ਤਲਵਾਰ ਨਾਲ ਹੀ ਸਮਝ ਆਉਂਦੀ ਹੈ ਇਹਨਾਂ ਮੂਰਖਾਂ ਨੂੰ। ਮੂਰਖ ਜਿਹੜਾ ਹੈ ਮੂਰ ਗੰਢ ਪਵੇ ਮੋਹਿ ਮਾਰ, ਜਦੋਂ ਮੂਰਖ ਦੇ ਮੂੰਹ ਤੇ ਪੈਂਦੀ ਹੈ ਫਿਰ ਉਹ ਪਿਆਰ ਕਰਦਾ, ਐਵੇਂ ਕਰਦਾ ਨਹੀਂਗਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਹਨਾਂ ਨੇ ਜਾ ਕੇ ਕਿਹਾ ਗੁਰੂ ਸਾਨੂੰ ਮਾਰਦਾ ਹੈ। ਬੜੀ ਮਜਲ ਕੋ ਕਰਤ ਗਏ ਤਬ ਸ਼ਾਹ ਸਮੀਪ ਪੁਕਾਰੇ। ਔਰ ਜਿਹੜੇ ਵਜ਼ੀਰ ਇਹਦੇ ਔਰੰਗੇ ਵੱਲ ਗਏ ਹਨ, ਫਾਸਲਾ ਤੈਅ ਕਰਦੇ ਹੋਏ ਵਜ਼ੀਰ ਔਰੰਗ ਦੇ ਕੋਲ ਪਹੁੰਚੇ। ਕਾਲੀ ਧੂਮ ਗੋਬਿੰਦ ਸਿੰਘ ਸੈਲਨਾ ਵਸਦੇ ਰਾਜ ਗੁਜ਼ਾਰੇ। ਔਰ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਿਕਾਇਤਾਂ ਲਾਉਂਦੇ ਐ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਇਲਾਕੇ ਵਿੱਚ ਬੜੀਆਂ ਧੁੰਮਾਂ ਮਚਾਈਆਂ ਹੋਈਆਂ ਹਨ, ਸਾਡੇ ਵਸਦੇ ਹੋਏ ਰਾਜ ਜਿਹੜੇ ਹਨ ਉਜਾੜ ਦਿੱਤੇ ਹਨ। ਦਿੱਲੀ ਕੇ ਸੂਬੇ ਲਿਖ ਭੇਜਾ ਇਤ ਗੁਰ ਕਰਤ ਲੜਾਈ। ਦਿੱਲੀ ਦੇ ਸੂਬੇਦਾਰ ਨੇ ਵੀ ਲਿਖ ਕੇ ਭੇਜ ਦਿੱਤਾ ਔਰੰਗਜ਼ੇਬ ਦੇ ਵੱਲ ਕਿ ਇਧਰ ਗੁਰੂ ਲੜਾਈ ਕਰ ਰਹੇ ਹਨ। ਅਬਰ ਵਜ਼ੀਰ ਖਾਨ ਨਿਜ ਨਰ ਪਟ ਕਰ ਸ਼ਾਹ ਸਮੀਪ ਸੁਨਾਈ। ਵਜ਼ੀਰ ਖਾਨ ਦੇ ਕੋਲ ਵੀ ਖਬਰ ਗਈ ਸੀ, ਉਹਨੇ ਆਪਣਾ ਬੰਦਾ ਔਰੰਗਜ਼ੇਬ ਦੇ ਵੱਲ ਭੇਜਿਆ। ਕਹਿੰਦੇ ਦੱਸੋ ਰਾਜਾ ਸਾਹਿਬ ਕਿਵੇਂ ਕਰੀਏ? ਕਹਿੰਦੇ ਗੁਰੂ ਸਾਹਿਬ ਆਖੀ ਹੋਇਆ ਪਿਆ ਉੱਧਰ ਪੰਜਾਬ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ। ਬਹੁਤ ਲਿਖਿਆ ਰੰਗ ਸੁਨੇ ਜਬ ਰਿਜ਼ ਕਰ ਹੁਕਮ ਬਖਾਨਾ। ਤੇ ਜਦੋਂ ਇਹ ਤਿੰਨੇ ਚਾਰੇ ਚਿੱਠੀਆਂ ਔਰੰਗਜ਼ੇਬ ਦੇ ਕੋਲ ਪਹੁੰਚੀਆਂ ਤੇ ਔਰੰਗਜ਼ੇਬ ਨੇ ਚਿੱਠੀਆਂ ਪੜ੍ਹ ਕੇ ਗੁੱਸੇ ਵਿੱਚ ਆ ਕੇ ਹੁਕਮ ਦਿੱਤਾ ਹੈ। ਸਰਹੰਦ ਤੇ ਗਰ ਸੈਨਾ ਲੈ ਕਰ ਉਤ ਕੋ ਕਰੇ ਬਿਆਨਾ। ਕਹਿਣ ਲੱਗੇ ਸਰਹੰਦ ਵਾਲੇ ਸੂਬੇ ਨੂੰ ਕਹੋ ਕਿ ਸਾਰੀ ਫੌਜ ਇਕੱਠੀ ਕਰਕੇ ਅਨੰਦਪੁਰ ਜਾਵੇ। ਅਨੰਦਪੁਰ ਛੁਟਵਾਈ ਗੁਰੂ ਤੇ ਭੀਮ ਚੰਦ ਕੋ ਦੀਜੈ। ਔਰ ਗੁਰੂ ਤੋਂ ਅਨੰਦਪੁਰ ਖਾਲੀ ਕਰਵਾ ਕੇ ਭੀਮ ਚੰਦ ਦੇ ਅੰਡਰ ਕਰ ਦੇਵੇ। ਆਗੇ ਬਹੁਰ ਜੰਗ ਨੈ ਕਰੈ ਬਲਤੇ ਵਰਜਨ ਕੀਜੈ। ਤੇ ਉਸ ਨੂੰ ਅਨੰਦਪੁਰ ਚੋਂ ਕੱਢ ਕੇ ਸਮਝਾਓ ਕਿ ਗਾਹਾਂ ਨੂੰ ਜੰਗ ਨਾ ਕਰੀ, ਇੱਥੋਂ ਚਲਿਆ ਜਾ। ਉਤ ਤੋਂ ਪਏ ਬਿਰਤਾਂਤੀ ਸੀ ਵਿਦ ਕਥਾ ਸੁਨੋ ਗੁਰ ਕੀਰੀ। ਇਧਰ ਭੀਮ ਚੰਦ ਦਾ ਹੁਣ ਇਹ ਤਿਆਰੀਆਂ ਕਰ ਰਿਹਾ ਹੈ
आओ 10वें पातशाह की करते हैं देखिए। सो जस कवित करतबो कब गन बसकत मौज बडेरी। सतगुरु अपनिया मौजा दे विच रहन वाले बहुत सारे कवि इन्हां कोल रह रहे हैं और कवि कवितावां लिखते हैं सिफतां दे विच और गुरु साहब अपनी मौज विच बेअंत माया दिंदे हन। कौतक होता आनंदपुर सुंदर सुन सुन संगत आवे। इहो आनंदपुर साहब दे विच बड़े कौतक हुंदे हन सुंदर ते जिवें जिवें संगतां नूं पता लगदा है ਉਹ ਆਣ ਕਰਕੇ ਮਿਲਣਾ ਕਰਦੇ ਹਨ। ਗਰਭ ਹਜ਼ਾਰ ਵਰਪੇ ਸ਼ਸਤਰਨ ਮਨੋ ਕਾਮਨਾ ਪਾਵੇ। ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਸ਼ਸਤਰ ਘੋੜੇ ਆਦਿ ਲਿਆਉਂਦੇ ਹਨ ਤੇ ਉਹਨਾਂ ਦੀਆਂ ਮਨੋ ਕਾਮਨਾ ਸਤਿਗੁਰੂ ਪੂਰੀਆਂ करना करते हन। दर्द जो बिगयो सर्व सुधारियो बाग तड़ाग नवीने। और जो लड़ाइयां दे दौरान नुकसान हो गया सीगा कंधां दा दरख्तां दा बागां दा ਉਹ ਵੀ ਸਤਿਗੁਰਾਂ ਨੇ ਹੌਲੀ ਹੌਲੀ ਦੁਬਾਰੇ ਸੈੱਟ ਕਰਵਾਇਆ ਜੀ। ਚਾਮੀ ਕਰਕੇ ਸੁੰਦਰ ਮੰਦਰ ਅੰਦਰ ਬਾਹਰ ਕੀਨੇ। ਔਰ ਜਿਹੜੇ ਮੰਦਰ ਭਾਵ ਮਕਾਨ ਜਿਹੜੇ ਸਨ ਸੁੰਦਰ ਤਿਆਰ ਕਰਵਾਉਣੇ ਸ਼ੁਰੂ ਕੀਤੇ। ਚਾਮੀ ਕਾ ਜੋ ਲੜਾਈ ਸਮੇਂ ਵਿਗੜ ਗਏ ਸਨ ਬਾਗ ਸਰੋਵਰ ਤਿਆਰ ਕਰਵਾਏ। ਰਹਿਸ਼ੀ ਮਹਿਲਾਂ ਨੂੰ ਅੰਦਰੋਂ ਬਾਹਰੋਂ ਸੋਨੇ ਦੀ ਝਾਲ ਫਰਮਾਈ ਹੈ। ਬਸੇ ਗਰੀਬ ਨਿਵਾਜ ਦਿਨ ਮੈਂ ਨਿਸ ਦਿਨ ਆਨੰਦ ਪਾਵੇ। ਔਰ ਉਹਨਾਂ ਮਹਿਲਾਂ ਦੇ ਵਿੱਚ ਗਰੀਬਾਂ ਨੂੰ ਨਿਵਾਜਣ ਵਾਲਾ ਗੁਰੂ ਗੋਬਿੰਦ ਸਿੰਘ ਵਸਦਾ ਹੈ ਜੋ ਸਭ ਨੂੰ ਦਿਨ ਰਾਤ ਆਨੰਦ ਬਖਸ਼ਣ ਵਾਲੇ ਹਨ। ਕੰਚਨ ਥੰਬ ਚਿਤਰ ਜੈ ਨਾਨਾ ਤਨੇ ਬਿਤਾਨ ਸੁਹਾਵੇ। ਔਰ ਸੋਨੇ ਦੇ ਪਿੱਲਰ ਥੰਬ ਹੁੰਦੇ ਹਨ ਜਿਵੇਂ ਗੁਰੂ ਪਿਆਰੋ ਪੁਰਾਣੇ ਸਮਿਆਂ ਦੇ ਵਿੱਚ ਬਾਸਾਂ ਦੇ ਉੱਤੇ ਚਾਨਣੀਆਂ ਬੰਨੀਆਂ ਜਾਂਦੀਆਂ ਸਨ ਜਿਨ੍ਹਾਂ ਦੇ ਥੰਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੋਨੇ ਚਾਂਦੀ ਦੇ ਹਨ। ਅੱਜ ਵੀ 4 ਬਾਂਸ ਵੱਡੇ ਗੁਰੂ ਪਿਆਰਿਓ ਸ੍ਰੀ ਹਰਮੰਦਰ ਸਾਹਿਬ ਪਏ ਹਨ। ਜਦ ਤੁਸੀਂ ਜਾ ਕੇ ਦੇਖੋਗੇ ਤਾਂ ਇਸ ਤਰ੍ਹਾਂ ਉਹ ਬਾਂਸ ਜਿਹੜੇ ਹਨ ਸੋਨੇ ਚਾਂਦੀ ਦੇ ਬਣਾਏ ਹੋਏ ਜਿਨ੍ਹਾਂ ਦੇ ਉੱਤੇ ਸੁੰਦਰ ਚੰਦੋਏ ਵੱਡੀਆਂ ਵੱਡੀਆਂ ਜਿਹੜੀਆਂ ਹਨ ਚਾਨਣੀਆਂ ਬਣੀਆਂ ਜਾਂਦੀਆਂ ਹਨ। ਬਾਗਰ ਬਾਜ਼ਾਰਨ ਦੀਰਘ ਸ਼ੋਭਾ ਮੋਰ ਸ਼ੋਰ ਸੁਮਦਾਇਆ। ਔਰ ਵਿਹੜੇ ਅਤੇ ਬਾਜ਼ਾਰਾਂ ਦੀ ਬੜੀ ਸ਼ੋਭਾ ਸੀ। ਮੋਰ ਇਕੱਠੇ ਹੋ ਕੇ ਬਹੁਤ ਸ਼ੋਰ ਮਚਾਉਂਦੇ ਹਨ ਕਿਉਂਕਿ ਪਹਾੜੀ ਇਲਾਕਾ ਬੜੀ ਸੁੰਦਰ ਵਾਤਾਵਰਨ ਹੈ ਵਸੋਂ ਹੈ ਜਿੱਥੇ ਜੰਗਲੀ ਜਾਨਵਰ ਵੀ ਗੁਰੂ ਦੇ ਚਰਨਾਂ 'ਚ ਆਨੰਦ ਮਾਣਦੇ ਆ। ਕਾਵ ਸਿਆਨ ਪਰਵਿਰਤੀ ਨਵ ਚਿਤ ਕਨ ਕੀ ਕਟ ਘੁਮਡਾਇਆ। ਇਸ ਤਰ੍ਹਾਂ ਆਕਾਸ਼ਾਂ ਉੱਤੇ ਬੱਦਲਾਂ ਦੀਆਂ ਘਟਾਵਾਂ ਘੁੰਮਣ ਲੱਗੀਆਂ ਭਾਵ ਮੀਂਹਾਂ ਦਾ ਸਮਾਂ ਆਇਆ ਜੀ। ਰਾਏ ਬੇਲ ਚਬੇਲੀ ਚੰਪਾ ਚੰਚਰੀ ਕੁਰਚ ਚਾਰੂ। ਇਹ ਫੁੱਲਾਂ ਵਾਲੇ ਪੌਦੇ ਸਤਿਗੁਰਾਂ ਦੇ ਸਿੰਘਾਂ ਨੇ ਸਜਾਉਣੇ ਕੀਤੇ 4 ਛਪੇਰੇ ਫੁੱਲ ਨਿਕਲੇ ਹਨ ਔਰ ਉੱਪਰ ਉਹਨਾਂ ਦੇ ਭੌਰੇ ਮੰਡਰਾਉਂਦੇ ਹਨ। ਗੁਣੀ ਪੁਰਖ ਸੁਨ ਸੁਨ ਜਸ ਗੁਰ ਕੇ ਆਏ ਰਹੇ ਗੁਰਦੁਆਰੇ। ਗੁਣੀ ਪੁਰਖ ਭਾਵ ਢਾਡੀ ਕਵੀਸ਼ਰ ਕਵੀ ਕਵਿਤਾਵਾਂ ਲਿਖਣ ਵਾਲੇ ਜਿਵੇਂ ਜਿਵੇਂ ਪਤਾ ਲੱਗਦਾ ਕਿ ਗੁਰੂ ਬੜੀ ਕਿਰਪਾ ਕਰਦੇ ਆ ਬਖਸ਼ਾ ਕਰਦੇ ਆ ਕਿਸੇ ਦਾ ਗੁਣ ਦੇਖ ਕੇ ਇਹ ਸਾਰੇ ਗੁਣੀ ਲੋਕ ਸਤਿਗੁਰਾਂ ਕੋਲ ਸ੍ਰੀ ਅਨੰਦਪੁਰ ਸਾਹਿਬ ਆਉਣ ਲੱਗੇ ਜੀ। ਹੁਕਮ ਕਰਿਓ ਆਯੁਧ ਗਨ ਹੋਵੇ ਦੇ ਤਨ ਗਨ ਕਰਵਾਓ। ਔਰ ਗੁਰੂ ਜੀ ਨੇ ਹੁਕਮ ਕੀਤਾ ਕਿ ਬਹੁਤ ਸਾਰੇ ਹਥਿਆਰ ਤਿਆਰ ਕੀਤੇ ਜਾਣ ਧਨ ਦੇ ਕੇ ਹਥਿਆਰ ਤਿਆਰ ਕਰਵਾਓ ਜੀ। ਤੋਪ ਤੋਪ ਕਜਬੂ ਰਾਇ ਕਲੇ ਬਹੁਤ ਜੰਜੈਲ ਬਣਾਓ। ਔਰ ਬਹੁਤ ਸਾਰੀ ਮਾਇਆ ਖਰਚ ਕਰਕੇ ਤੋਪਾਂ ਬੰਦੂਕਾਂ ਜੰਬੂਰੇ ਛੋਟੇ ਪਿਸਤੌਲ ਰਹਿਕਲੇ ਇਹ ਚੀਜ਼ਾਂ ਜਿਹੜੀਆਂ ਤਿਆਰ ਕਰਵਾਓ ਆਉਣ ਵਾਲੇ ਸਮੇਂ ਲਈ। ਭੁਗਦੇ ਖੰਜਰ ਸਹਿਬ ਦੁਤਾਰੇ ਤੋਮਰ ਚੱਕਰ ਖਤੰਗਾ। ਔਰ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਮੁਗਦਰ ਮੂੰਗਲੀਆਂ ਫੇਰਨ ਵਾਸਤੇ ਭਾਵ ਨੌਜਵਾਨਾਂ ਦੀ ਵਰਜਿਸ਼ ਵਾਸਤੇ ਮੂੰਗਲੀਆਂ ਮੁਗਦਰ ਖੰਜਰ ਸੈਫ ਸਿੱਧੀਆਂ ਤਲਵਾਰਾਂ ਦੋ ਧਾਰੇ ਖੰਡੇ ਨੇਜੇ ਤੋਮਰ ਚੱਕਰ ਅਤੇ ਤੀਰ ਤਿਆਰ ਕਰਵਾਓ। ਇਹ ਲੋਹਗੜ੍ਹ ਦਾ ਕਿਲਾ ਇੱਥੇ ਲੋਹਾਰ ਰੱਖੇ ਹੋਏ ਸਨ ਇੱਥੇ ਹਥਿਆਰ ਬਣਿਆ ਕਰਦੇ ਸਨ। ਚਾਪ ਤਮਾਚੇ ਸੰਗ ਸੁਬਰਚੇ ਕਰਾ ਚੋਲ ਕਰ ਅੰਗਾ। ਕਨੋਖ ਪਿਸਤੌਲ ਬਰਸ਼ੇ ਬਰਸ਼ੀਆਂ ਵਧੀਆ ਵਧੀਆ ਤਲਵਾਰਾਂ ਇਹ ਤਿਆਰ ਕਰਵਾਓ
क्योंकि सतगुरु सब जानते हैं कि भीमचंद वर्गे टिकन वाले नहीं। लगे अनेक कारीगर करने प्रथम तोप कटारी। इस तरह गुरु की फौजा ने उसे वेले कारीगर लोहार ला दिते। पहला एक तोप ढाल के बनवाई गई है, भाव तोप की नाली बड़ी सख्त रखनी पैंदी है, घट्टो घट 4-5 उंगलां मोटी हुंदी आउंदी, 4 स्पेरों बाडी ते विचाले ਉਹਦੇ ਮੋਰਾ ਹੁੰਦਾ ਪੈਪ ਦਾ, ਤੇ ਗੁਰੂ ਪਿਆਰਿਓ ਉਹਦੇ ਵਿੱਚੋਂ ਬਰੂਦ ਪਾ ਕੇ ਫਿਰ ਚਲਾਈ ਜਾਂਦੀ ਹੈ ਤੋਪ। ਜਿੰਨੀ ਉਹ ਪੈਪ ਮਜ਼ਬੂਤ ਹੋਵੇਗੀ ਓਨਾ ਹੀ ਜਿਹੜਾ ਗੋਲਾ ਦੂਰ ਜਾਵੇਗਾ, ਨਹੀਂ ਤਾਂ ਪੈਪਾਂ ਫਟ ਜਾਂਦੀਆਂ। तो सब तो पहला सिंघा ने एक बड़ी मजबूत तोप तैयार करवाई जी। जन जम को मुख मित्रु शत्रु की छोटे गर्जन भारी। इस तरह इसका नाम है जमजमा। ये तोप जेड़ी है तैयार करवाई है। जन जम को मुख ते इसका जेड़ा मुंह है मानो काल दा मुंह है, इहदे मूहरे कोई भी आ गया मित्र शत्रु छड्डण वाली नहीं। प्रवेत बान बिलंद बने बहु पर बीरण की गाती। सतगुरां दे वास्ते बहुत सुंदर तीर तैयार कीते गए ਜਿਹੜੇ स्पेशल गुरुआं वास्ते ਹਨ। एक मोहर को हेम लगे तिस मुखी पुलाद संगाते। ਤੇ ਉਹ ਤੀਰਾਂ ਦੀ ਖਾਸ ਨਿਸ਼ਾਨੀ ਸੀ ਕਿ ਪਿਛਲੇ ਪਾਸੇ ਇੱਕ ਤੋਲਾ ਸੋਨੇ ਦੀ ਪੋਲਣਾ ਬਣਾ ਕੇ ਚੜਾਇਆ ਜਾਂਦਾ ਤੀਰ ਤੇ ਮੂਹਰੇ ਉਹਦੇ ਫਲਾਦੀ ਮੁਖੀ ਲਾਈ ਜਾਂਦੀ। ਤੇ ਕਿਸੇ ਨੇ ਪੁੱਛਿਆ ਪਾਤਸ਼ਾਹ ਇਹ ਮੁਖੀ ਤਾਂ ਠੀਕ ਹੈ, ਦੁਸ਼ਮਣ ਨੂੰ ਮਾਰਨਾ ਹੈ, ਆ ਪਿੱਛੇ ਸੋਨਾ ਕਾਹਦੇ ਵਾਸਤੇ ਲਾਇਆ? ਕਹਿੰਦੇ ਸੋਨਾ ਜੇ ਤਾਂ ਦੁਸ਼ਮਣ ਮਰ ਜਾਂਦਾ ਹੈ ਤੇ ਉਸ ਦਾ ਸੰਸਕਾਰ ਦਾ ਇੰਤਜ਼ਾਮ ਹੋ ਜਾਊਗਾ, ਜੇ ਬਚ ਜਾਂਦਾ ਤੇ ਸੋਨਾ ਵੇਚ ਕੇ ਦਵਾਈ ਲੈ ਲੂਗਾ। ਇਤਿਆਦ ਕਯੁਤ ਨਿਤ ਬਣਤੇ ਬਰਕਤ ਗੁਰੂ ਰਖਾਵੇ। ਇਹੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਹੁਣ ਸ਼ਸਤਰ ਚੱਕਣਾ ਤਲਵਾਰ ਚੱਕਣਾ ਗੁਰੂ ਦੀ ਮਜਬੂਰੀ ਹੋ ਗਈ, ਕਿਉਂਕਿ ਪਹਿਲਾਂ ਸਤਿਗੁਰੂ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਤੇ ਫਿਰ ਜਿਹੜਾ ਹਮਲਾ ਕਰਨ ਵਾਸਤੇ ਆਇਆ ਉਹਨੂੰ ਵਾਪਸ ਜਾਣ ਨਹੀਂ ਦਿੱਤਾ। ਗੁਰ ਸਤਿਨਾਮ ਉਹਨੂੰ ਖਾਲੀ ਨਹੀਂ ਮੋੜਿਆ। ਫਿਰ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਜੇ ਸ਼ਰਨ ਵਿੱਚ ਆਇਆ ਉਹਨੂੰ ਦਾਤਾ ਦੇ ਕੇ ਭੇਜਦਾ, ਜੋ ਚੜ ਕੇ ਆਇਆ ਉਹਨੂੰ ਲਾ ਕੇ ਤੋੜਦਾ। ਗੁਰ ਸਤਿਨਾਮ ਇਹ ਗੁਰੂ ਦਾ ਸੁਭਾਅ ਹੈ। ਇਤਿਹਾਸਕ ਭਾਵ ਇਸ ਤਰ੍ਹਾਂ ਰੋਜ਼ਾਨਾ ਹੀ ਸ਼ਾਸਤਰ ਬਣਦੇ ਤੇ ਆਪ ਗੁਰੂ ਉਹਨਾਂ ਨੂੰ ਟੈਸਟ ਕਰਦੇ, ਚੈੱਕ ਕਰਦੇ ਜੀ। ਕੀਰਤਕ ਬਖਸ਼ਤ ਹੈ ਕਰ ਸਿੰਘਨਾ ਸਦਾ ਜੰਗ ਮਨ ਭਾਵੇ। ਔਰ ਉਹਨਾਂ ਸ਼ਾਸਤਰਾਂ ਵਿੱਚੋਂ ਸਿੰਘਾਂ ਨੂੰ ਵੀ ਸ਼ਾਸਤਰ ਵੰਡੇ ਜਾਂਦੇ ਜਿਹੜੇ ਜੰਗ ਦੇ ਵਿੱਚ ਲੜਨ ਲਈ ਤਿਆਰ ਹਨ। ਕਥਾ ਸੁਨੋ ਏਕੋ ਤੁਮ ਸੰਦੀ ਆਸਾ ਸਿੰਘ ਸੋ ਨਾਮੋ। ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਗੁਰੂ ਪਿਆਰਿਓ ਮੁਨਸ਼ੀ, ਜਿਸ ਦਾ ਨਾਮ ਸੀ ਆਸਾ ਸਿੰਘ। ਗੁਰ ਕਰ ਕੀ ਬੋ ਕਾਰ ਚਲਾਵੇ ਟੋਬੂ ਲਿਖੋ ਤੁਮਾਮੋ। ਔਰ ਇਹ ਮੁਨਸ਼ੀ ਦਾ ਕੰਮ ਹੁੰਦਾ ਲਿਖਣਾ, ਟੋਂਬੂ ਕਲਮ ਦੇ ਨਾਲ ਇਹ ਹੁੰਡੀਆਂ ਲਿਖਿਆ ਕਰਦਾ ਸੀ। ਕਿਸ ਡਿਗ ਰੰਗ ਸਿੱਖ ਇੱਕ ਜੱਜਤ ਕੰਨਿਆ ਬਹਿਨ ਜੋਗਾ। ਇੱਕ ਦਿਨ ਇਸ ਮੁਨਸ਼ੀ ਦੇ ਕੋਲ ਇੱਕ ਗਰੀਬ ਸਿੱਖ ਆਇਆ ਜਿਸ ਦੀ ਲੜਕੀ ਦਾ ਵਿਆਹ ਕਰਨਾ ਹੈ ਜੀ। ਦਰਬ ਪੰਜ ਸਹਤੇ ਹੋਏ ਕਾਰਜ ਮੁਝ ਚਿਤ ਚਿੰਤਾ ਰੋਗਾ। ਔਰ ਆ ਕੇ ਬੇਨਤੀ ਕਰਦਾ ਜੀ ਲੜਕੀ ਦਾ ਵਿਆਹ ਕਰਨਾ, ਘਰ ਪੈਸਾ ਵੀ ਨਹੀਂ ਹੈ। ਉਸ ਵੇਲੇ ਘੱਟੋ ਘੱਟ 500 ਚਾਹੀਦਾ। ਤੁਝ ਤੇ ਹੋਏ ਉਪਕਾਰ ਕਰੋ ਇਹੋ ਸੁਣ ਸੁਣ ਅਰ ਲਖ ਦੀਨਾ। ਮਹਾਰਾਜ ਤੁਸੀਂ ਕਿਰਪਾ ਕਰੋ, ਤੁਸੀਂ ਹੀ ਇਹ ਕੰਮ ਕਰ ਸਕਦੇ ਹੋ। ਆਸਾ ਸਿੰਘ ਦਿਆ ਉਰ ਕਰਕੇ ਤੈ ਟੋਬੂ ਲਿਖ ਦੀਨਾ। ਟੋਬੂ ਭਾਵ ਗੁਰੂ ਪਿਆਰਿਓ ਚਿੱਠੀ ਲਿਖ ਕੇ ਦੇ ਦੇਣੀ, ਹੁੰਡੀ ਲਿਖ ਕੇ ਦੇ ਦੇਣੀ, ਹੁੰਡੀ ਬਣਾ ਕੇ ਦੇ ਦੇਣੀ। ਅੱਜ ਕੱਲ ਉਹ ਸਾਰਾ ਜਿਹੜਾ ਸਿਸਟਮ ਹੈ ਨਵੇਂ ਤਰੀਕੇ ਨਾਲ ਚੱਲਦਾ ਗੁਰੂ ਪਿਆਰਿਓ। ਮਨੀਗ੍ਰਾਮ ਦੇ ਰਾਹੀਂ ਤੁਸੀਂ ਬਾਹਰੋਂ ਪੈਸੇ ਮੰਗਾਉਣੇ ਹੈ ਤੇ ਉਧਰੋਂ ਇੱਕ ਕੋਡ ਆਉਂਦਾ, ਉਹ ਕੋਡ ਦਿਖਾ ਕੇ ਇੱਥੇ ਕਿਸੇ ਮਨੀਗ੍ਰਾਮ ਤੋਂ ਪੈਸੇ ਲੈ ਸਕਦੇ ਹੋ। ਉਹਨਾਂ ਦਾ ਆਪਸ ਵਿੱਚ ਸੰਬੰਧ ਹੈ। ਇਹੋ ਗੁਰੂ ਕਾ ਸਿੰਘ ਜਿਹੜਾ ਹੈ ਹੁੰਡੀ ਲਿਖ ਦਿੰਦਾ ਹੈ ਤੇ ਜਿੱਥੇ ਵੀ ਗੁਰੂ ਕਾ ਖਜ਼ਾਨਾ ਹੈ ਉੱਥੋਂ ਜਾ ਕੇ ਉਹ ਹੁੰਡੀ ਰਾਹੀਂ ਪੈਸੇ ਲੈ ਸਕਦਾ ਹੈ। ਆਸਾ ਸਿੰਘ ਨੇ ਦਇਆ ਕਰਕੇ ਉਸ ਦੀ ਗੱਲ ਸੁਣ ਕੇ ਉਹਨੂੰ ਇੱਕ ਹੁੰਡੀ 500 ਦੀ ਲਿਖ ਦਿੱਤੀ ਹੈ। ਸੋਨੇ ਗਾਉ ਜਹਾਂ ਪਰ ਭੇਜਾ ਲਾਏ ਪੰਜ ਸਹਿ ਜਾਏ। ਔਰ ਉਹਨੂੰ ਕਿਹਾ ਫਲਾਣੇ ਥਾਂ ਵਗ ਜਾ, ਸਾਡਾ ਖਜ਼ਾਨਾ ਹੈ। ਇਹਨੇ ਜਾ ਕੇ ਉੱਥੋਂ 500 ਲੈਣਾ ਕੀਤਾ ਹੈ ਜੀ। ਉਤੋ ਰੰਗ ਤਿਨ ਵਿਆਹ ਕਰੋ ਤਬ ਕੰਨਿਆ ਸਦਰ ਉਠਾਏ। ਇਸ ਗਰੀਬ ਸਿੱਖ ਨੇ ਜਾ ਕਰਕੇ
ਉਥੋਂ 500 ਲਿਆ ਤੇ ਲਿਆ ਕੇ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ ਹੈ। बीते मास घट सो सिख आयो गुरु दर्शन को कीना। ਔਰ ਇੱਕ 6 ਮਹੀਨਿਆਂ ਦੇ ਬਾਅਦ ਜਿਹੜੇ ਸਿੱਖ ਨੇ 500 ਰੁਪਈਆ ਦਿੱਤਾ ਉਹਨੇ ਉਹ ਹੁੰਡੀ ਵਾਲਾ ਕਾਗਜ਼ ਕੋਲੇ ਰੱਖ ਲਿਆ। 6 ਮਹੀਨਿਆਂ ਬਾਅਦ ਉਹ ਸਿੱਖ ਜਿਹੜਾ ਹੈ ਸਤਿਗੁਰਾਂ ਦੇ ਦਰਸ਼ਨਾਂ ਲਈ ਆਉਂਦਾ ਹੈ ਜੀ। रोबो तरियो अपना भेजियो मैं 5 से 3 दीना। ਔਰ ਪਾਤਸ਼ਾਹ ਇਹ ਹੁੰਡੀ ਆਪ ਜੀ ਨੇ ਭੇਜੀ ਸੀ। ਆਸ਼ਾ ਸਿੰਘ ਮੁਨਸ਼ੀ ਹੈ ਤੇ ਉਸ ਨੇ ਆ ਕੇ ਪਾਤਸ਼ਾਹ ਕੋਲੋਂ ਹੁੰਡੀ ਰੱਖੀ ਆ। ਮਹਾਰਾਜ ਆਪ ਜੀ ਨੇ ਭੇਜੀ ਸੀ ਔਰ ਮੈਂ ਜਿਸ ਨੂੰ ਇਹ ਤੁਸੀਂ ਹੁੰਡੀ ਦਿੱਤੀ ਸੀ ਉਸ ਨੂੰ 500 ਰੁਪਈਆ ਦੇ ਦਿੱਤਾ ਹੈ। प्रभ तब कहो ना हमने भेजा किन्हें लिखियो पठायो। ਪਾਤਸ਼ਾਹ ਕਹਿੰਦੇ ਮੈਂ ਤਾਂ ਕੋਈ ਹੁੰਡੀ ਲਿਖ ਕੇ ਦਿੱਤੀ ਨਹੀਂ, ਇਹ ਕਿਹਨੇ ਭੇਜ ਦਿੱਤੀ? आशा सिंह के हाथ मोहर है जब ऐसे लख पायो। ਜਦੋਂ ਸਮਾਰ ਕੇ ਉਹ ਕਾਗਜ਼ ਦੇਖਿਆ ਤੇ ਉਹਦੇ ਉੱਤੇ ਮੋਹਰ ਲੱਗੀ ਸੀ ਆਸਾ ਸਿੰਘ ਦੀ। ਜਿਹੜੀ ਅਸੀਂ ਹੱਥ ਵਿੱਚ ਛਾਪ ਪਾਉਣੇ ਆ ਨਾ, ਇਹਦਾ ਨਾਮ ਛਾਪ ਕਿਉਂ ਰੱਖਿਆ ਗਿਆ ਭਲਾ? ਪੁਰਾਣੇ ਸਮਿਆਂ ਵਿੱਚ ਰਾਜੇ ਅੰਗੂਠੀ ਬਣਾ ਕੇ ਉਹਦੇ ਉੱਤੇ ਜਿਹੜੀ ਮੋਹਰ ਲੱਗਦੀ ਸੀ ਉਹ ਉੱਤੇ ਬਣਵਾ ਕੇ ਉੱਤੇ ਫਿੱਟ ਕਰ ਲੈਂਦੇ। ਹੁਣ ਉਸ ਮੋਹਰ ਨੂੰ ਜੇਬ ਦੇ ਵਿੱਚ ਰੱਖਣ ਦੀ ਬਜਾਏ ਉਹਨੂੰ ਉਂਗਲ 'ਚ ਪਾ ਕੇ ਰੱਖਦੇ। ਉਹ ਸੋਨੇ ਦੀ ਵੀ ਹੁੰਦੀ। ਔਰ ਜਦੋਂ ਕਿਸੇ ਦੇ ਨਾਲ ਕੋਈ ਗੱਲ ਕਰਨੀ ਆ, ਮੋਹਰ ਲਾਉਣੀ ਆ ਤੇ ਉਂਗਲ ਵਿੱਚੋਂ ਛਾਪ ਨੂੰ ਲਾ ਕੇ ਤੇ ਉੱਤੇ ਸ਼ਾਹੀ ਲਾ ਕੇ ਤੇ ਠੋਕ ਦਿੰਦੇ। ਇਹ ਨਿਸ਼ਾਨੀ ਹੁੰਦੀ ਸੀ ਵੀ ਫਲਾਣੇ ਦੀ ਮੋਹਰ ਲੱਗੀ ਆ। ਇਹਨੂੰ ਮੋਹਰ ਛਾਪ ਕਹਿੰਦੇ ਆ। ਸਤਿਗੁਰਾਂ ਦੀ ਇੱਕ ਲੋਹੇ ਦੀ ਭਰਤੀ ਦੀ ਬਣੀ ਹੋਈ ਮੋਹਰ ਸ੍ਰੀ ਦਮਦਮਾ ਸਾਹਿਬ ਪਈ ਆ, ਜੋ 10ਵੇਂ ਪਾਤਸ਼ਾਹ ਜੀ ਲਾਇਆ ਕਰਦੇ ਸੀ ਆਪਣੇ ਕਾਗਜ਼ਾਂ ਤੇ। ਜਦ ਪਾਤਸ਼ਾਹ ਨੇ ਉਸ ਹੁੰਡੀ ਦੇ ਉੱਪਰ ਮੋਹਰ ਦੇਖੀ ਹੈ ਤਾਂ ਦੇਖਿਆ ਕਿ ਇਹ ਤਾਂ ਆਸਾ ਸਿੰਘ ਦੀ ਮੋਹਰ ਹੈ। कुछ रिश्तेदार गुरु कहो कह बिना ये क्यों लिखियो पठायो। ਪਾਤਸ਼ਾਹ ਜੀ ਨੇ ਕਹਿੰਦੇ ਕੁਝ ਗੁੱਸਾ ਕਰਕੇ ਪੁੱਛਿਆ ਵੀ ਉਹਨੇ ਮੈਨੂੰ ਕਿਉਂ ਨਹੀਂ ਦੱਸਿਆਗਾ ਇਹ ਪੈਸੇ ਦੇਣ ਵੇਲੇ। देव आप ही धर्म पंच से कैसे कोट कमायो। ਉਹਨੇ ਆਪਣੀ ਮਰਜ਼ੀ ਨਾਲ 500 ਰੁਪਈਆ ਦੀ ਮੋਹਰ ਬਣਾ ਕੇ ਹੁੰਡੀ ਬਣਾ ਕੇ ਕਿਉਂ ਦਿੱਤੀ? हिम गुरु ते सुने आशा सिंह डिग कैसे क खबर बताई। ਸਤਿਗੁਰਾਂ ਨੇ ਇੱਕ ਸਿੱਖ ਨੂੰ ਆਸਾ ਸਿੰਘ ਦੇ ਕੋਲ ਭੇਜਿਆ। डरत मारते भाज गयो तब निज कर विखे तदाई। ਜਦ ਉਸ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਮੇਰੇ ਇਸ ਕੰਮ ਤੇ ਗੁੱਸਾ ਕੀਤਾ ਹੈ, ਉਹ ਡਰਦਾ ਹੋਇਆ ਭੱਜ ਗਿਆ। कीर्तक दिन में तिन अर्जी लिख सतगुर निकट पठाई। ਜਿਵੇਂ ਪੁਲਿਸ ਵਾਲੇ ਫੰਡ ਆ ਜਾਣ ਤੇ ਗਲਤੀ ਕਰਨ ਵਾਲਾ ਬੰਦਾ ਘਰੋਂ ਭੱਜ ਜਾਂਦਾ ਵੀ ਚਾਂਚਕ ਫੜਿਆ ਗਿਆ ਤਾਂ ਕੁੱਟਣਗੇ, ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਗੱਲ। ਉਹ ਕਈ ਦਿਨ ਆਸੇ ਪਾਸੇ ਰਹਿ ਕੇ ਫਿਰ ਤੇ ਸਿਆਣੇ ਬੰਦਿਆਂ ਰਾਹੀਂ ਪੇਸ਼ ਹੋ ਜਾਂਦਾ, ਕੁੱਟ ਤੋਂ ਬਚ ਜਾਂਦਾ। ਤਾਂ ਆਸਾ ਸਿੰਘ ਡਰਦਾ ਹੋਇਆ ਪਹਿਲਾਂ ਤਾਂ ਭੱਜ ਗਿਆ, ਕਈ ਦਿਨ ਗੁਪਤ ਰਿਹਾ। ਫਿਰ ਉਹਨੇ ਇੱਕ ਚਿੱਠੀ ਲਿਖ ਕੇ ਪਾਤਸ਼ਾਹ ਵੱਲ ਭੇਜੀ ਹੈ। लिखे दोहरे बिच बनाए कैसो मैं देहो सुनाई। ਔਰ ਕਹਿਣ ਲੱਗੇ ਉਸ ਨੇ ਉਸ ਚਿੱਠੀ ਦੇ ਵਿੱਚ ਦੋਹਰੇ ਬਣਾ ਕੇ ਪਾਤਸ਼ਾਹ ਜੀ ਨੂੰ ਲਿਖ ਕੇ ਭੇਜਣਾ ਕੀਤਾ ਕਿ ਆਹ ਗੱਲ ਹੈ। ਭਾਈ ਕਹਿੰਦਾ ਮੈਂ ਸੁਣਾਉਂਦਾ ਹਾਂ। दोहरा मुख कारा मोरे करे करतना पर उपकार। ਤਾਂ ਪਾਤਸ਼ਾਹ ਜੀ ਨੂੰ ਲਿਖਦਾ ਉਹ ਚਿੱਠੀ ਦੇ ਵਿੱਚ ਦੋਹਰਾ, ਮਹਾਰਾਜ ਮੇਰੀ ਕਲਮ ਮੈਨੂੰ ਕਹਿੰਦੀ ਹੈ ਤੂੰ ਰੋਜ਼ ਮੇਰਾ ਮੂੰਹ ਕਾਲਾ ਕਰਦਾ, ਭਾਵ ਮੇਰੇ ਨਾਲ ਸ਼ਾਹੀ ਲਾ ਲਾ ਕੇ ਲਿਖਦਾ ਹੈ। ਉਹ ਆਸਾ ਸਿਆ ਕੋਈ ਪਰਉਪਕਾਰ ਵੀ ਤਾਂ ਕਰ ਲਿਆ ਕਰ ਮੇਰੇ ਨਾਲ। इसको मैं फिर करूंगी पलटाए वो दरबार। ਜੇ ਤੂੰ ਪਰਉਪਕਾਰ ਨਹੀਂ ਕਰਦਾ ਤੇ ਤੂੰ ਮੇਰਾ ਮੂੰਹ ਕਾਲਾ ਕਰਦਾ, ਫਿਰ ਤੇਰਾ ਮੂੰਹ ਦਰਬਾਰ 'ਚ ਕਾਲਾ ਹੋਊਗਾ। ਭਾਵ ਪੜ੍ਹੇ ਲਿਖਿਆ ਬੰਦਾ ਤਾਂ ਪੜ੍ਹਿਆ ਲਿਖਿਆ ਜੇ ਉਹ ਇਹਦੇ ਨਾਲ ਪਰਉਪਕਾਰ ਵੀ ਕਰੇ। ਪੜੋ ਬਾਣੀ ਜੋ ਬਚਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਅਸੀਂ ਪੜ੍ਹੇ ਲਿਖੇ ਆ, ਜੇ ਸਾਨੂੰ ਕਲਮ ਦਿੱਤੀ ਆ ਪਰਮੇਸ਼ਰ ਨੇ, ਜੇ ਸਾਨੂੰ ਅਥਾਰਟੀਆਂ ਦਿੱਤੀਆਂ, ਕੋਈ ਡੀਸੀ ਕੋਈ ਅਫਸਰ, ਕੋਈ ਵੱਡਾ ਕੋਈ ਛੋਟਾ, ਕੋਈ ਮੰਤਰੀ ਪ੍ਰਧਾਨ ਮੰਤਰੀ, ਇਹ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਕਲਮਾਂ ਹਨ। ਜੇ ਇਹਨਾਂ ਕਲਮਾਂ ਦੇ ਨਾਲ ਅਸੀਂ ਸੰਸਾਰ ਦਾ, ਜਨਤਾ ਦਾ, ਦੁਨੀਆ ਦਾ, ਕਿਸਾਨਾਂ ਦਾ, ਆਪਣੀ ਪ੍ਰਜਾ ਦਾ ਭਲਾ ਨਹੀਂ ਕਰ ਸਕਦੇ, ਫਿਰ ਅੱਜ ਉਹ ਆਪਣੀਆਂ ਕਲਮਾਂ ਦੇ ਮੂੰਹ ਕਾਲੇ ਕਰਦੇ ਆ, ਕੱਲ ਉਹਨਾਂ ਦੇ ਮੂੰਹ ਦਰਬਾਰ ਵਿੱਚ ਕਾਲੇ ਹੋਣਗੇ। ਕੋ ਸਤਿਨਾਮ। ਬੇਟਾ ਸੋਹਣੀ ਖਿਆਲ ਦੀ ਗੱਲ ਹੈ, ਗਿਆਨ ਦੀ ਗੱਲ ਹੈ। ਮਹਾਰਾਜ ਜਿਸ ਵੇਲੇ ਮੈਂ ਇਹ ਲਿਖੀ ਆ ਹੁੰਡੀ, ਉਸ ਵੇਲੇ ਮੇਰੀ ਕਲਮ ਮੈਨੂੰ ਕਹਿੰਦੀ ਤੂੰ ਮੇਰਾ ਮੂੰਹ ਕਾਲਾ ਕਰਦਾ ਹੈ, ਕਦੇ ਪਰਉਪਕਾਰ ਵੀ ਕਰਦਾ
और तू अज मेरा मुंह इत्थे काला कर दे, ਇਹਦਾ बदला मैं दरबार च लाऊंगी। पट छाती दो टुक पई रुदन करत लिख जात। और महाराज वो कहती है कलम तू मेरी छाती पाड़ के दो टोटे कर देना। भाव कलम जद घड़ी जाती है ना, ਜਿਹੜਾ ਪੀਸ ਲਿਖਣ ਵਾਲਾ ਹੁੰਦਾ ਉਹਦੇ ਵਿੱਚ ਇੱਕ ਚੀਰ ਵੀ ਪਾਇਆ ਜਾਂਦਾ ਤਾਂ ਕਿ ਉਹ ਸ਼ਾਹੀ ਨੂੰ ਚੱਕ ਕੇ ਹੌਲੀ ਹੌਲੀ ਛੱਡੇ। ਕੋ ਸਤਨਾਮ ਵਾਹਿਗੁਰੂ। ਤਾਂ ਕਹਿਣ ਲੱਗੀ ਮੇਰੀ ਛਾਤੀ ਪਾੜ ਕੇ ਦੋ ਟੁਕੜੇ ਹੋ ਗਈ ਹੈ ਤੇ ਰੋਂਦੀ ਹੋਈ ਮੈਂ ਲਿਖੀ ਜਾਨੀ ਆ, ਪਰ ਆਸਾ ਸਿਆ ਕੋਈ ਮੇਰੇ ਨਾਲ ਪਰਉਪਕਾਰ ਦਾ ਕੰਮ ਵੀ ਤਾਂ ਲਿਖ ਦਿਆ ਕਰ। ਪਰ ਸਵਾਰਥ ਉਪਕਾਰ ਬਿਨਾ ਮੋਹਿ ਨਾ ਉਪਯਤ ਸ਼ਾਂਤ। ਜੇ ਤੂੰ ਮੇਰੇ ਨਾਲ ਕੋਈ ਉਪਕਾਰ ਦਾ ਕੰਮ ਕਰੇ ਤਾਂ ਉਹ ਕਲਮ ਮੈਨੂੰ ਕਹਿੰਦੀ ਤਾਂ ਮੈਨੂੰ ਸ਼ਾਂਤੀ ਆਵੇਗੀ, ਨਹੀਂ ਤਾਂ ਮੈਂ ਬੜੀ ਦੁਖੀ ਆ। ਐਸੇ ਕਲਮ ਕਹਿਤ ਸਭ ਸਾਥ ਸੋ ਪਕਰਾਏ ਗੁਰ ਮੋਹਿ ਹਾਥ। ਇਹ ਕਲਮ ਦੇ ਬਚਨ ਹੈ ਮਹਾਰਾਜ, ਬਾਕੀ ਕਿੰਨੀ ਗਿਆਨ ਵਾਲੀ ਗੱਲ ਹੈ, ਕਹਿੰਦਾ ਤਾਂ ਬੰਦਾ ਹੀ ਹੈ ਪਰ ਇਹ ਕਲਮ ਵੀ ਕਹਿੰਦੀ ਆ ਕਿ ਇਸ ਕਰਕੇ ਮਹਾਰਾਜ ਉਹ ਕਲਮ ਜਿਹੜੀ ਤੁਸੀਂ ਮੈਨੂੰ ਫੜਾਈ ਆ ਮੁਨਸ਼ੀ ਬਣਾ ਕੇ ਬਈ ਤੂੰ ਕੰਮ ਲਿਖਿਆ ਕਰ, ਤੇ ਮਹਾਰਾਜ ਉਹ ਕਲਮ ਮੇਰੇ ਕੋਲੇ ਇਉਂ ਮੈਨੂੰ ਕਹਿੰਦੀ ਸੀ ਗੁਰ ਕੀ ਆਨ ਜਬੇ ਸਿੱਖ ਕੀਨੀ ਸਹੀ ਨਾ ਮੈਂ ਚਿੱਠੀ ਲਿਖ ਦੇਨੀ। ਤੇ ਜਦੋਂ ਉਸ ਗਰੀਬ ਸਿੱਖ ਨੇ ਮੇਰੇ ਕੋਲ ਆ ਕੇ ਬੇਨਤੀ ਕੀਤੀ ਤੁਹਾਡੀ ਸਹੁੰ ਪਾ ਕੇ ਗੁਰੂ ਦੀ ਸਹੁੰ ਮੇਰੀ ਲੜਕੀ ਦਾ ਵਿਆਹ ਪੈਸੇ ਹੈ ਨਹੀਂ, ਫਿਰ ਮਹਾਰਾਜ ਮੈਥੋਂ ਝੱਲਿਆ ਨਹੀਂ ਗਿਆ ਤੇ ਮੈਂ ਉਹਨੂੰ ਹੁੰਡੀ ਲਿਖ ਦਿੱਤੀ 500 ਦੀ। ਸਰਬ ਲక్ష్ਮੀ ਜਗਤ ਤੁਮਾਰੀ ਪਹੁੰਚਤ ਹੈ ਦ੍ਰਿਸ਼ਟੀ ਸਾਰੀ। ਤੇ ਮਹਾਰਾਜ ਸਾਰੀ ਸ੍ਰਿਸ਼ਟੀ ਦੀ ਮਾਇਆ ਤੁਹਾਡੀ ਹੀ ਤਾਂ ਹੈ, ਸਾਰੀ ਦੁਨੀਆ ਤੁਹਾਡੀ ਦਿੱਤੀ ਮਾਇਆ ਹੀ ਤਾਂ ਸ਼ਕਤੀ ਹੈ। ਇਤੇ ਆਦਿਕ ਲਿਖ ਬਿਨੇ ਪਠਾਏ ਸੁਣਤ ਪ੍ਰਸੰਨ ਭਈ ਗੋਸਾਈ। ਇਹ ਚਿੱਠੀ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਖੁਸ਼ੀ ਦੇ ਘਰ ਚ ਆ ਗਏ। ਪਹਿਲਾਂ ਸ਼ੁਰੂ ਜਦ ਵੇਖਿਆ ਨਾ ਵੀ ਹੈ ਆਸਾ ਸਿੰਘ ਨੇ ਮੈਨੂੰ ਪੁੱਛੇ ਤੋਂ ਬਗੈਰ ਚਿੱਠੀ ਲਿਖ ਦਿੱਤੀ, ਜਾਓ ਸੱਦ ਕੇ ਲਿਆਓ, ਫੜ ਕੇ ਲਿਆਓ ਸਿੱਖੋ ਨੂੰ। ਮੈਨੂੰ ਦੱਸਿਆ ਕਿਉਂ ਨਹੀਂਗਾ। ਉਹ ਚਿੱਠੀ ਲਿਖ ਕੇ ਬਾਦਸ਼ਾਹ ਨੂੰ ਫਿਰ ਕਵਿਤਾ ਬਣਾ ਕੇ ਭੇਜਦਾ ਹੈ, ਮਹਾਰਾਜ ਮੇਰੀ ਕਲਮ ਨੇ ਮੈਨੂੰ ਤਾਨੇ ਮਾਰੇ, ਮੈਨੂੰ ਕੋਈ ਉਪਕਾਰ ਦਾ ਕੰਮ ਨਹੀਂ ਕਰਦਾਗਾ, ਇਸ ਕਰਕੇ ਮੈਨੂੰ ਇਹ ਕੰਮ ਕਰਨਾ ਪਿਆ। ਬਾਦਸ਼ਾਹ ਖੁਸ਼ੀ ਦੇ ਘਰ ਵਿੱਚ ਆ ਗਏ। ਫਿਰ ਆਸਾ ਸਿੰਘ ਨੂੰ ਬੁਲਾਉਂਦੇ ਹਨ। ਕਹਿ ਬੁਲਾਏ ਪੁਨ ਭਾਗ ਬਧਾਈ ਦਈ ਪ੍ਰਥਮ ਸਮਕਾਰ ਤਦਾਈ। ਉਹਨੂੰ ਸੱਦਿਆ, ਦੁਬਾਰੇ ਉਹਨੂੰ ਪੱਗ ਦਿੱਤੀ, ਸਤਿਕਾਰ ਦਿੱਤਾ, ਕਿਉਂਕਿ ਇੱਕ ਵਾਰੀ ਕੈਂਸਲ ਕਰਤਾ ਸੀ, ਦੁਬਾਰੇ ਫਿਰ ਉਸ ਦੀ ਡਿਊਟੀ ਲਾ ਦਿੱਤੀ। ਇਸ ਪ੍ਰਕਾਰ ਕੋ ਤੋ ਲਿਖਾਰੀ ਸੈਨਾ ਜਿਸ ਕੋ ਨਾਮ ਉਚਾਰੀ। ਇੱਕ ਲਿਖਾਰੀ ਹੋਰ ਹੈ ਭਾਈ ਸੈਨਾ, ਇਹਦੀ ਗੱਲ ਆਪਾਂ ਕੱਲ ਨੂੰ ਕਰਾਂਗੇ, ਹੁਣ ਸਮਾਪਤੀ ਦਾ ਸਮਾਂ ਜਾ ਰਿਹਾ, ਰਾਗੀ ਜਥਾ ਪਹੁੰਚ ਚੁੱਕੇ ਆ। ਇਹ ਸੈਨਾ ਨਾਮ ਦਾ ਜਿਹੜਾ ਲਿਖਾਰੀ ਹੈ ਇਸ ਨੇ ਕੀ ਗਲਤੀ ਕੀਤੀ ਹੈ ਤੇ ਇਹਨੂੰ ਕਿਵੇਂ ਬਖਸ਼ਦੇ ਹੈ, ਇਹ ਵਿਚਾਰਾ ਆਪਾਂ ਅਗਲੇ ਦਵਾਨਾ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਕੱਢ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व में दुख पंचन गुणतास। हे संगी हे निरंकार हे निर्गुण सब टेक। हे गोविंद हे गुण निधान जाके सदा बबेक। हे अपरंपर हर हरे है हो बनहार। हे संत कै सदा संग तारा आधार। हे ठाकुर हो दास रो मैं निर्गुण गुण नहीं कोई। नानक दीजै नाम दान राखो ही परोए। आए प्रभ शरणागति कृपा नित दयाल। एक अखर हर मन बसत नानक होत निहाल। एक ओंकार सतगुरु प्रसाद सच हुए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु जी की फतेह। वाहिगुरु जी की फतेह। बहुत बहुत धन्यवाद सर्वत संगत।